ਗੁਰੂ ਤੇਗ ਬਹਾਦਰ ਸਿਮਰਿਐ ਕਰ ਨਾਮ ਨਿਧ ਆਵੈ ਤਾਰੇ। ਤੇਗ ਬਹਾਦਰ ਸਿਮਰਿਐ ਕਰ ਨਾਮ ਨਿਧ ਆਵੈ ਤਾਰੇ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਤੇਗ ਬਹਾਦਰ ਸਿਮਰਿਐ ਕਰ ਨਾਮ ਨਿਧ ਆਵੈ ਤਾਰੇ। ਤੇਗ ਬਹਾਦਰ ਸਿਮਰਿਐ ਕਰ ਨਾਮ ਨਿਧ ਆਵੈ ਤਾਰੇ। ਕਰ ਨਾਮ ਨਿਧ ਆਵੈ ਤਾਰੇ। ਕਰ ਨਾਮ ਨਿਧ ਆਵੈ ਤਾਰੇ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹ ਕੋ ਨੇਚਰ ਚੌਰ ਛਤ। ਪੌੜੀ ਵਢਿਆ ਵਾਡਾ ਭਾਰ ਤੇਰਾ ਮਰਤਬਾ, ਰੰਗ ਪ੍ਰੰਗ ਇੱਕ ਨਜਮ ਕਰਤਬਾ। ਜੀ ਆਇਆਂ ਤੋ ਜੀ ਸਭ ਜਾਣ ਲਾ, ਸਭ ਸੇਰੇ ਵਸਦੇ ਅੰਦਰ ਭਲਾ। ਤੇਰੇ ਘਰ ਅੰਦ ਵਧਾਈ ਤੁਧ ਘਰ, ਮਾਨ ਮਾਤਾ ਦੇ ਜੇ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦੀ ਸਹਿਜਤ ਕਥਾ, ਨਾਨਕ ਦਾਸ ਅਰਦਾਸ ਤੁਧਿਆ ਗਏ ਬਿਨਵਤਾ। ਤੇਰਾ ਹੀ ਤੇਰਾ ਨਾਮ ਸਤ ਹੈ। ਪੌੜੀ ਵੱਡੀ ਹੂੰ ਵਡਾਇਆ ਪਰ ਤੇਰਾ ਮਰਤਬਾ, ਰੰਗ ਪ੍ਰੰਗਣੇ ਕਣਾ ਜਾਪਨ ਕਰਤਬਾ। ਜੀ ਅੰਦਰ ਜੀਓ ਸਭ ਕੀ ਜਾਣ ਲਾ, ਸਭ ਕਿਸ ਤੇਰੇ ਵਸ ਤੇਰਾ ਕਿਰਪਾਲਾ। ਤੇਰੇ ਕਰ ਆਨੰਦ ਵਧਾਏ ਤੁਧ ਕਰ, ਮਾਨ ਮਹਤਾ ਤੇਜ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦੀ ਸਹਿਜਤ ਕਥਾ, ਨਾਨਕ ਦਾਸਨ ਦਾਸ ਤੁਧ ਆਗੇ ਬਿਨਵਤਾ। ਸ਼ਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਇਦਾਈ ਦਾਇਆ ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਸਮਰੋ ਅੰਗਦ ਗੁਰ ਅਮਰਦਾਸ ਹਿਰਦੈ
ਨਿਤ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਜੋਰੀ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਸਤਿਗੁਰ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤੇਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ 15 ਸਤ ਖਟ 20 ਸੇ ਜਨਮ ਗੁਰੂ ਮਹਾਰਾਜ 17 ਸੰਮਤ ਛਿਤਰਾਏ ਅਨਿਕ ਗਰੀਬ ਨਿਵਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵੋ ਭੈਣੇ ਗੱਲ ਮਿਲ ਹੈ ਅੰਕ ਸਹੇਲੜੀਆ ਮਿਲ ਕੇ ਕਰਹਿ ਕਹਾਣੀਆਂ ਸਮਰੱਥ ਕੰਤ ਕੀਆ ਹੈ। ਦੇਨ ਦੁਨੀਆ ਦੇ ਮਾਲਕ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਐਸੇ ਮਿਹਰਬਾਨ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਬਹੁਤ ਹੀ ਸਨਮਾਨ ਤੇ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ। ਭਾਦਰੋਂ ਦੀ ਸੰਕਰਾਂਤ ਦਾ ਦਿਨ ਜਾਣਦਿਆਂ ਸਾਹਿਬ ਨੌਵੇਂ ਪਾਤਸ਼ਾਹ ਦੇ ਚਰਨਾਂ 'ਚ ਇਕੱਤਰ ਹੋ ਕੇ ਸਤਿਗੁਰਾਂ ਦੇ ਦਰਬਾਰ 'ਚ ਹਾਜ਼ਰੀਆਂ ਭਰ ਕੇ ਅਰਦਾਸ ਬੇਨਤੀ ਜੋਦੜੀ ਕਰ ਰਹੇ ਹੋ ਗਰੀਬ ਨਵਾਜ। ਭਾਦਰੋਂ ਦਾ ਚੜ੍ਹਿਆ ਇਹ ਮਹੀਨਾ ਤੁਹਾਡੇ ਚਰਨਾਂ 'ਚ ਤੁਹਾਡੀ ਸੇਵਾ ਕਰਦਿਆਂ ਸੰਗਤ ਕਰਦਿਆਂ ਬਾਣੀ ਪੜ੍ਹਦਿਆਂ ਭਜਨ ਕਰਦਿਆਂ ਭਲੇ ਕਰਮ ਕਰਦਿਆਂ ਸੁੱਖਾਂ ਦਾ ਬਤੀਤ ਹੋਵੇ। ਭਾਦੋਂ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਭਰਮ ਦੇ ਵਿੱਚ ਭੁੱਲੀਆਂ ਜੀਵ ਰੂਪੀ ਇਸਤਰੀਆਂ ਇੱਕ ਮਾਲਕ ਦਾ ਨਿਸ਼ਚਾ ਛੱਡ ਕੇ ਦੂਜੇ ਭਾਵ ਵਿੱਚ ਦੁਬਦਾ ਚਾਪਣਾ ਹੇਤ ਲਾਉਂਦੀਆਂ
ਉਹ ਭਾਵੇਂ ਅਨੇਕਾਂ ਸ਼ੁਭ ਗੁਣਾਂ ਦਾ ਸ਼ਿੰਗਾਰ ਬਣਾ ਲੈਣ, ਜੇ ਇੱਕ ਪਤੀ ਨੂੰ ਛੱਡ ਕੇ ਦੁਬਿਧਾ 'ਚ ਪਈਆਂ ਹੋਈਆਂ ਤਾਂ ਉਹਨਾਂ ਦੇ ਕੀਤੇ ਹੋਏ ਸ਼ਿੰਗਾਰ ਕਿਸੇ ਵੀ ਕੰਮ ਦੇ ਨਹੀਂ ਹਨ। ਜਿਸ ਦਿਨ ਇਹ ਦੇਹ ਬਿਨਸਣੀਆਂ ਭਾਈ, ਉਸ ਦਿਨ ਘਰਦਿਆਂ ਨੇ ਸਭ ਨੇ ਪ੍ਰੇਤ ਕਹਿ ਕੇ ਸੰਬੋਧਨ ਕਰਨਾ ਹੈ। ਜਿਨ੍ਹਾਂ ਨਾਲ ਤੇਰਾ ਹਿੱਤ ਹੈ, ਸਨੇਹ ਹੈ, ਸਭ ਛੱਡ ਕੇ ਦੂਰ ਖਲੋ ਜਾਣਗੇ। ਪਰ ਹਾਂ, ਜਿਨ੍ਹਾਂ ਦੇ ਅੰਦਰ ਗੁਰੂ ਦਾ ਪ੍ਰੇਮ ਹੈ, ਉਹ ਭਾਦਰੋਂ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦਿਆਂ ਕਹਿੰਦੇ ਵੀ ਉਹ ਨਰਕਾਂ 'ਚ ਨਹੀਂ ਪੈਂਦੇ ਜਿਨ੍ਹਾਂ ਅੰਦਰ ਗੁਰੂ ਦਾ ਹੇਤ ਹੈ। ਸੇ ਭਾਦੋਏ ਨਰਕ ਨਾ ਪਾਈਆ, ਗੁਰ ਰੱਖਣ ਵਾਲਾ ਹੇਤ। ਹੇਤ ਕਹਿੰਦੇ ਲਗਾਵ ਨੂੰ, ਹੇਤ ਕਹਿੰਦੇ ਆ ਪ੍ਰੇਮ ਨੂੰ। ਗੁਰੂ ਨਾਲ ਜਿਹੜਾ ਪ੍ਰੇਮ ਕਰੀਦਾ ਉਹ ਪ੍ਰੇਮ ਰੱਖਣੇ ਵਾਲਾ ਹੈ, ਉਹ ਨਰਕਾਂ 'ਚ ਨਹੀਂ ਪੈਣ ਦਿੰਦਾ, ਨਰਕਾਂ ਤੋਂ ਬਚਾ ਲੈਂਦਾ। ਗੁਰੂ ਸਾਹਿਬ ਤਰਸ ਕਰਨ ਇਹ ਮਹੀਨਾ ਸਤਿਗੁਰਾਂ ਦੀ ਸੰਗਤ ਕਰਦਿਆਂ ਇਸੇ ਤਰ੍ਹਾਂ ਸੁੱਖਾਂ ਦਾ ਬਤੀਤ ਹੋਵੇ। ਲੜੀਵਾਰ ਇਤਿਹਾਸ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਜੀਵਨ ਸੰਬੰਧੀ ਕੁਝ ਵਿਚਾਰਾਂ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਜੀ ਨੇ ਸਰਵਣ ਕਰਵਾਈਆਂ ਹਨ ਕਿ ਬਾਦਸ਼ਾਹ ਜਹਾਂਗੀਰ ਨੂੰ ਜਾ ਕੇ ਦਰਸ਼ਨ ਦਿੱਤੇ। ਸੁਤੇ ਕਲਾ ਉਹਨਾਂ ਦੀ ਪ੍ਰਗਟ ਹੋਈ। ਬਾਦਸ਼ਾਹ ਵੀ ਨਮਸਕਾਰ ਕਰਕੇ ਸੀਸ ਝੁਕਾ ਕੇ ਮਿਲਿਆ ਔਰ ਅੱਗੇ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਆਪਣੀ ਸੇਲੀ ਟੋਪੀ ਦੇ ਕੇ ਉਦਾਸੀ ਪੰਥ ਦੀ ਮਰਿਆਦਾ ਚਲਾਈ। ਬਾਬਾ ਗੁਰਦਿੱਤਾ ਸਾਹਿਬ ਜੀ ਨੇ ਅੱਗੇ 4 ਧੂਣੇ ਸਥਾਪਿਤ ਕਰਕੇ ਉਦਾਸੀ ਮਤ ਦਾ ਪ੍ਰਚਾਰ ਪ੍ਰਸਾਰ ਕੀਤਾ। ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਦੀ ਸੇਵਾ ਉਦਾਸੀ ਭੇਖ ਦੇ ਮਹਾਂਪੁਰਸ਼ਾਂ ਨੇ ਕੀਤੀ। ਉਹਦਾ ਜ਼ਿਕਰ ਕੱਲ ਦੀ ਕਥਾ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ। ਗੁਰ ਪ੍ਰਣਾਲੀ ਚੱਲ ਰਹੀ ਹੈ, ਜਿਹਨੂੰ ਆਪਾਂ ਸਜਰਾ ਕਹਿ ਦਿੰਨੇ ਆ ਕਿ ਕਿਹੜੇ ਗੁਰੂ ਸਾਹਿਬਾਨ ਦਾ ਪ੍ਰਕਾਸ਼ ਕਿੱਥੇ ਹੋਇਆ, ਮਾਤਾ ਪਿਤਾ ਦਾ ਨਾਮ, ਕਿੰਨੇ ਸਾਲ ਤੱਕ ਉਹ ਗੁਰਗੱਦੀ ਤੇ ਰਹੇ, ਉਹਦਾ ਸਾਰਾ ਵੇਰਵਾ ਅੱਜ ਦੇ ਪ੍ਰਸੰਗ ਵਿੱਚ ਆ ਰਿਹਾ ਹੈ। ਆਓ ਸਰਵਣ ਕਰੀਏ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜਦਿਆਂ ਹਾਜ਼ਰੀ ਲਵਾਉਂਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ 15 ਸਤ ਖਟ 20 ਸੈਂ ਜਨਮ ਗੁਰੂ ਮਹਾਰਾਜ। 1469 ਈਸਵੀ ਤੇ 1526 ਸੰਮਤ ਬਿਕਰਮੀ ਨੂੰ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। 17 ਸੰਮਤ ਚਿਤ ਰਹੇ ਅਨੇਕ ਗਰੀਬ ਨਿਵਾਜ। ਅਨੇਕਾਂ ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ 70 ਸਾਲ ਇਸ ਮਾਤ ਲੋਕ ਦੀ ਧਰਤੀ ਤੇ ਸਤਿਗੁਰਾਂ ਨੇ ਗੁਰਿਆਈ ਕੀਤੀ ਹੈ। ਅਨੇਕਾਂ ਜੀਵਾਂ ਨੂੰ ਸਤਿਗੁਰਾਂ ਨੇ ਨਿਵਾਜਿਆ ਹੈ। ਚੋਪਈ ਕੋਰ ਕਾਮ ਪਵ ਜੀਵ ਦੁਖਾਰੇ। ਭਿਆਨਕ ਕਲਯੁਗ ਦੀ ਤਪਸ਼ ਵਿੱਚ ਜੀਵ ਦੁਖੀ ਹੋ ਰਹੇ, ਵਿਕਾਰਾਂ ਦੀ ਅੱਗ ਵਿੱਚ ਸੜ ਰਹੇ ਸਨ। ਸ਼ਸ਼ ਸਮ ਉਦਿਤ ਕਰੇ ਸੁਖਾਰੇ। ਉਹਨਾਂ ਸੜ ਰਹੇ ਭੁੱਜ ਰਹੇ ਜੀਵਾਂ ਨੂੰ ਚੰਦਰਮਾ ਵਾਂਗੂ ਪ੍ਰਗਟ ਹੋ ਕੇ ਸਤਿਗੁਰਾਂ ਨੇ ਸ਼ੀਤਲਤਾ ਤੇ ਠੰਡ ਪ੍ਰਦਾਨ ਕੀਤੀ। ਕੋਈ ਨ ਜਿਨ ਕੇ ਅਰਿਓ ਅਗਾਰੀ। ਐਸੇ ਮਹਾਬਲੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਹਨ। ਚਾਰਾਂ ਦਿਸ਼ਾਵਾਂ ਵਿੱਚ ਗੁਰਦੇਵ ਨੇ ਜੀਵਾਂ ਦਾ ਉਧਾਰ ਕੀਤਾ ਹੈ। ਆਕਾਸ਼ ਮੰਡਲ ਪਤਾਲ ਲੋਕ ਤੱਕ ਵੀ ਅਨੇਕ ਜੀਵ ਤਾਰੇ, ਪਰ ਸਤਿਗੁਰਾਂ ਦੇ ਸਾਹਮਣੇ ਕਿਸੇ ਦੀ ਅੜਨ ਦੀ ਤਾਕਤ ਨਹੀਂ ਹੋਈ। ਕੋਈ ਮਹਾਰਾਜ ਜੀ ਦੇ ਸਾਨਮੁਖ ਅੜ ਨਹੀਂ ਸਕਿਆ। ਭਾਈ ਨਮਰ ਅਜ਼ਮਤ ਤਰ ਪਾਰੀ। ਵੱਡੇ ਵੱਡੇ ਅਜਮਤਵਾਨ ਕਰਾਮਾਤੀ ਸਤਿਗੁਰਾਂ ਦੇ ਚਰਨਾਂ ਤੇ ਝੁਕਦੇ ਰਹੇ। ਗੋਰਖਨਾਥ ਵਰਗੇ, ਲੋਹਾਰੀਪਾ ਵਰਗੇ, ਸਿੱਧ ਸੈਣ ਵਰਗੇ ਵੱਡੇ ਵੱਡੇ ਰਾਜੇ ਜਿਹੜੇ ਕਰਾਮਾਤੀ ਸਨ ਮਹਾਰਾਜ ਜੀ ਦੇ ਚਰਨਾਂ 'ਚ ਝੁਕੇ ਹਨ। ਜਿਤਕ ਸ਼ਕਤ ਜੁਤ ਭੇ ਸਭ ਤਾਰੇ। ਇੰਨੇ ਵੱਡੇ ਵੱਡੇ ਸ਼ਕਤੀਆਂ ਵਾਲੇ ਹੰਕਾਰ ਵਿੱਚ ਸਨ। ਗੁਰੂ ਨਾਨਕ ਸਾਹਿਬ ਨੇ ਉਹਨਾਂ ਦਾ ਵੀ ਪਾਰ ਉਤਾਰਾ ਕੀਤਾ।
ਉਹਨਾਂ ਨੂੰ ਵੀ ਸਤਿਗੁਰੂ ਜੀ ਨੇ ਇਸ ਮਾਤ ਲੋਕ ਦੀ ਧਰਤੀ ਤੋਂ ਤਾਰਿਆ ਹੈ। ਰਵ ਸਮ ਉਦੈ ਛਪੇ ਤਬ ਸਾਰੇ। ਸਤਿਗੁਰੂ ਜੀ ਸੂਰਜ ਦੇ ਸਮਾਨ ਸੰਸਾਰ 'ਚ ਪ੍ਰਗਟ ਹੋਏ। ਮਹਾਰਾਜ ਜੀ ਦਾ ਪ੍ਰਤਾਪ ਵੇਖ ਕੇ ਤਾਰਿਆਂ ਵਾਂਗੂ ਛੁਪ ਗਏ ਸਾਰੇ ਜਿੰਨੇ ਕਰਾਮਾਤੀ ਸਨ। 1596 ਮਾਓ। 1507 ਕਹਿੰਦੇ ਨੇ 100 ਨੂੰ। 1596 ਸੰਮਤ ਬਿਕਰਮੀ ਦੇ ਵਿੱਚ ਮਾਸ ਅਸੋਜ ਸਰਦ ਰੁੱਤ ਮਾਓ। ਅੱਸੂ ਦਾ ਮਹੀਨਾ ਸੀ, ਸਰਦ ਰੁੱਤ ਸੀ। ਕ੍ਰਿਸ਼ਨਾ ਦਸਮੀ ਪਿਤਰਨ ਦਿਨ ਕੀ। ਕਾਲੇ ਪੱਖ ਦੀ ਦਸਵੀਂ ਵਾਲਾ ਦਿਨ ਸੀ। ਪ੍ਰਭੂ ਬੈਕੁੰਠ ਗਏ ਸਹਿ ਤਨ ਕੀ। ਇਸ ਦਿਨ ਸਣੇ ਦੇ ਗੁਰੂ ਨਾਨਕ ਸਾਹਿਬ ਜੀ ਸੱਚਖੰਡ ਗਏ, ਜੋਤੀ ਜੋਤ ਸਮਾਏ। ਐਰਾਵਤੀ ਕੋਲ ਅਬਿਰਾਮ। ਔਰ ਐਰਾਵਤੀ ਕਹਿੰਦੇ ਆ ਰਾਵੀ ਦਰਿਆ ਨੂੰ। ਰਾਵੀ ਦਰਿਆ ਦੇ ਸੁੰਦਰ ਕੰਢੇ ਤੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੇ ਭਾਣਾ ਵਰਤਾਇਆ। ਤੈਂ ਕਰਤਾਰਪੁਰਾ ਕੀਏ ਗ੍ਰਾਮ। ਇਹ ਨਗਰ ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਨੇ ਵਸਾਇਆ। ਦੋ ਕਰਤਾਰਪੁਰ ਸਾਹਿਬ ਹਨ। ਇੱਕ ਕਰਤਾਰਪੁਰ ਸਾਹਿਬ ਰਾਵੀ ਦੇ ਕੰਢੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਵਸਾਇਆ ਹੈ। ਇੱਕ ਕਰਤਾਰਪੁਰ ਸੋਢੀਆਂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਨੇ ਜਲੰਧਰ ਟੱਪੀਏ ਅੰਮ੍ਰਿਤਸਰ ਸਾਹਿਬ ਨੂੰ ਜਾਂਦਿਆਂ ਤਾਂ ਇਹ ਨਗਰ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਵਸਾਇਆ ਹੋਇਆ ਹੈ। ਗੁਰੂ ਬਸਤਰ ਕੋ ਲੈ ਸੰਸਕਾਰਾ। ਤੇ ਸਤਿਗੁਰਾਂ ਦਾ ਚਾਦਰਾ ਅੱਧਾ ਅੱਧਾ ਪਾੜ ਕੇ ਮੁਸਲਮਾਨਾਂ ਤੇ ਹਿੰਦੂਆਂ ਨੇ ਆਪਣੀ ਆਪਣੀ ਕਿਰਿਆ ਕੀਤੀ। ਨਾਮ ਦੇਹੋਰਾ ਬਿਦਤ ਉਦਾਰਾ। ਸਤਿਗੁਰਾਂ ਦਾ ਸਥਾਨ ਡੇਰਾ ਬਾਬਾ ਨਾਨਕ ਇੱਥੇ ਬਿਦਤ ਹੋਇਆ, ਪ੍ਰਗਟ ਹੋਇਆ। ਤਿਸ ਗਾਦੀ ਗੁਰ ਅੰਗਦ ਬੈਸੇ। ਗੁਰੂ ਨਾਨਕ ਸਾਹਿਬ ਦੇ ਸੱਚਖੰਡ ਜਾਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਹੋਏ। ਗੁਰੂ ਅੰਗਦ ਦੇਵ ਸਾਹਿਬ ਜੀ ਗੁਰਗੱਦੀ ਤੇ ਬੈਠੇ। ਪੋਸ਼ਸ਼ ਅਪਰ ਪੈਰ ਨ੍ਰਿਪ ਜੈਸੇ। ਕਹਿੰਦੇ ਜਿਵੇਂ ਕੋਈ ਰਾਜਾ ਦੂਸਰੀ ਪੁਸ਼ਾਕ ਪਹਿਨ ਕੇ ਬੈਠੇ ਤੇ ਰਾਜਾ ਨਹੀਂ ਬਦਲ ਜਾਂਦਾ, ਕੱਲੀ ਪੁਸ਼ਾਕ ਹੀ ਬਦਲਦੀ ਹੈ। ਏਦਾਂ ਗੁਰੂ ਨਾਨਕ ਸਾਹਿਬ ਨੇ ਕੇਵਲ ਸਰੀਰ ਰੂਪੀ ਪੁਸ਼ਾਕ ਹੀ ਬਦਲੀ, ਅੰਦਰ ਜੋਤ ਹੋਈ ਹੈ। ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। ਝੂਲੈ ਸੋ ਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀਐ। ਕਹਿੰਦੇ ਸਰੂਪ ਕੇਵਲ ਬਾਹਰਲਾ ਤਬਦੀਲ ਹੋਇਆ ਹੈ, ਅੰਦਰੋਂ ਜੋਤ ਉਹੀ ਹੈ। ਜਿਵੇਂ ਕੋਈ ਰਾਜਾ ਆਪਣੀ ਪੁਸ਼ਾਕ ਤਜ ਕੇ ਦੂਜੀ ਪੁਸ਼ਾਕ ਧਾਰਨ ਕਰਕੇ ਬੈਠਦਾ ਹੈ, ਇਉਂ ਗੁਰੂ ਅੰਗਦ ਦੇਵ ਸਾਹਿਬ ਜੀ ਗੁਰਗੱਦੀ ਤੇ ਬੈਠੇ ਹਨ। ਤੇਹਣ ਕੁਲ ਮੈਂ ਫੇਰੂ ਨਾਮ। ਤ੍ਰੇਹਣ ਕੁਲ ਹੈ ਖੱਤਰੀਆਂ ਦਾ। ਤ੍ਰੇਹਣ ਵਰਣ ਵਿੱਚ, ਤ੍ਰੇਹਣ ਕੁਲ ਵਿੱਚ ਬਾਬਾ ਫੇਰੂਮਲ ਸਾਹਿਬ ਜੀ ਦੇ ਗ੍ਰਹਿ ਵਿਖੇ ਪੁੰਨਿ ਆਤਮ ਸੁਸ਼ੀਲ ਸੁਚਤਾਮ। ਜੋ ਬੜੀ ਪੁੰਨ ਆਤਮਾ ਸਨ ਬਾਬਾ ਫੇਰੂਮਲ ਜੀ, ਸੁਸ਼ੀਲ ਸੁਭਾਅ ਦੇ ਮਾਲਕ ਸਨ। ਸਾਧ ਵਿਦਿਆ ਕੋਰ ਬਰਦਾਰਾ। ਬਾਬਾ ਫੇਰੂਮਲ ਜੀ ਦੀ ਧਰਮ ਸੁਪਤਨੀ ਸੀ ਜਿਨ੍ਹਾਂ ਦਾ ਨਾਮ ਸੀ ਮਾਤਾ ਦਇਆ ਕੌਰ। ਜਿਨ ਕੇ ਸੁਕ੍ਰਿਤ ਕੋ ਨਹਿ ਪਾਰਾ। ਕਹਿੰਦੇ ਜਿਨ੍ਹਾਂ ਨੇ ਬੜੇ ਚੰਗੇ ਕਰਮ ਕੀਤੇ, ਚੰਗੇ ਭਾਗ ਸਨ ਬਾਬਾ ਫੇਰੂਮਲ ਤੇ ਮਾਤਾ ਦਇਆ ਕੌਰ ਜੀ ਦੇ। ਗ੍ਰਾਮ ਹਰੀ ਕੇ ਧਾਮ ਬਸੰਤੇ। ਪਾਤਸ਼ਾਹ ਜੀ ਹਰੀ ਕੇ ਪੱਤਣ ਤੋਂ ਕੁਝ ਦੂਰੀ ਤੇ ਨਗਰ ਹੈ ਮੱਤੇ ਦੀ ਸਰਾਂ, ਜਿਹਨੂੰ ਨਾਂਗੇ ਦੀ ਸਰਾਂ ਵੀ ਕਹਿੰਦੇ ਹਨ। ਉਸ ਨਗਰ ਦੇ ਵਿੱਚ ਨਿਸਬਾ ਸੁਰ ਹਰ ਹਰ ਸਿਮਰੰਤੇ। ਉੱਥੇ ਦੋਨੋਂ ਰਹਿੰਦੇ ਨੇ, ਹਰੀ ਹਰੀ ਦਾ ਜਾਪ ਜਪਦੇ, ਰਾਤ ਦਿਨ ਪਰਮੇਸ਼ਰ ਦਾ ਭਜਨ ਕਰਦੇ ਨੇ। ਸ਼੍ਰੀ ਗੁਰੂ ਅੰਗਦ ਜਨਮੇ ਜਿਨ ਕੇ। ਗੁਰੂ ਅੰਗਦ ਦੇਵ ਸਾਹਿਬ ਦਾ ਪ੍ਰਕਾਸ਼ ਇਹਨਾਂ ਦੇ ਗ੍ਰਹਿ ਵਿਖੇ ਹੋਇਆ। ਬਾਬਾ ਫੇਰੂਮਲ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੇ ਉਦਰ ਤੋਂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਮੱਤੇ ਦੀ ਸਰਾਂ ਨਗਰ ਵਿੱਚ ਪ੍ਰਕਾਸ਼ ਧਾਰਨ ਕੀਤਾ। ਕਹਿ ਲੋ ਕਹੋ ਮਹਾਤਮ ਤਿਨ ਕੇ। ਕਹਿੰਦੇ ਗੁਰੂ ਅੰਗਦ ਸਾਹਿਬ ਦੀ ਮਹਿਮਾ, ਸਤਿਗੁਰਾਂ ਦਾ ਮਹਾਤਮ ਕਿੱਥੋਂ ਤੱਕ ਵਰਣਨ ਕਰਕੇ ਦਸੀਏ। ਜਨਮ ਹਰੀ ਕੇ ਗ੍ਰਾਮ ਪਇਓ ਹੈ। ਹਰੀ ਕੇ ਇਲਾਕੇ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਆਨ ਥਾਨ ਪੁਨ ਬਸਨ ਕੀਓ ਹੈ। ਤੇ ਅਚਾਨਕ ਉਹ ਨਗਰ ਉਜੜ ਗਿਆ।
ਤੇ ਖਡੂਰ ਸਾਹਿਬ ਆਣ ਕਰਕੇ ਗੁਰੂ ਅੰਗਦ ਸਾਹਿਬ ਜੀ ਆਪਣੇ ਪਰਿਵਾਰ ਸਮੇਤ ਵਸਣ ਲੱਗੇ 15/7/67 ਸੰਮਤ 1567 ਸੰਮਤ ਬਿਕਰਮੀ ਦਾ ਸਾਲ ਸੀ। ਫੇਰੂ ਸੁਤ ਜਨਮਿਓ ਗੁਰ ਸੰਮਤ ਇਸ ਸਾਲ ਦੇ ਵਿੱਚ ਬਾਬਾ ਫੇਰੂਮਲ ਜੀ ਦੇ ਗ੍ਰਹਿ ਵਿਖੇ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਪਹੁੰਚੇ ਸ਼੍ਰੀ ਨਾਨਕ ਕੀ ਸ਼ਰਨੀ ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਗੁਰੂ ਅੰਗਦ ਸਾਹਿਬ ਗਏ। ਉਹ ਪਿੱਛੇ ਤੁਸੀਂ ਕਥਾ ਸੁਣੀ ਹੈ ਵਿਸਥਾਰ ਸਹਿਤ ਕਿ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਗਏ ਸੇਵਾ ਵਿਖੇ ਨੀਕ ਕਰ ਕਰਨੀ ਔਰ ਸੇਵਾ ਵਿੱਚ ਤਤਪਰ ਹੋਏ ਬੜੀਆਂ ਭਲੀਆਂ ਨੇਕ ਕਰਨੀਆਂ ਗੁਰੂ ਅੰਗਦ ਸਾਹਿਬ ਨੇ ਕੀਤੀਆਂ। ਜੋ ਤੋ ਪ੍ਰੇਮ ਖਿਲਣ ਕਾ ਚਾਉ ਇਹੋ ਜੀ ਖੇਡ ਖੇਡੀ ਜਿਹੜੀ ਮਹਾਰਾਜ ਜੀ ਨੇ ਕਹੀ ਹੈ ਨਾ ਸਤਿਗੁਰਾਂ ਨੇ ਕਿ ਜੇ ਤੈਨੂੰ ਪ੍ਰੇਮ ਖੇਡਣ ਦੀ ਚਾਹ ਹੈ ਇੱਛਾ ਹੈ ਸਿਰ ਤਰ ਤਲੀ ਗਲੀ ਮੇਰੀ ਆਉ ਪਿਆਰਿਆ ਆਪਣੇ ਹੰਕਾਰ ਰੂਪੀ ਸਿਰ ਨੂੰ ਵੱਢ ਕੇ ਤਲੀ ਤੇ ਧਰ ਕੇ ਮੇਰੀ ਪ੍ਰੇਮ ਰੂਪੀ ਗਲੀ ਵਿੱਚ ਚੱਲ ਕੇ ਆਵੀਂ। ਇਮ ਕੈ ਬੂਜਨ ਸਫਲ ਕੀਓ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਜਿਹੜੇ ਬਚਨ ਨੇ ਗੁਰੂ ਅੰਗਦ ਸਾਹਿਬ ਨੇ ਸਫਲੇ ਕੀਤੇ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਨਾ ਬਚਨਾਂ ਨੂੰ ਕਮਾਇਆ ਹੈ। ਅਤ ਰਿਝਾਏ ਸ਼੍ਰੀ ਗੁਰੂ ਲਿਓ ਹੈ ਔਰ ਗੁਰੂ ਨਾਨਕ ਸਾਹਿਬ ਨੂੰ ਆਪਣੇ ਤੇ ਪ੍ਰਸੰਨ ਕੀਤਾ। ਅਤ ਦੀ ਖੁਸ਼ੀ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਲਈ। ਜਿਨੋ ਨਾ ਅਜ਼ਮਤ ਕਹੂੰ ਜਨਾਈ ਐਸੇ ਗੁਰੂ ਅੰਗਦ ਸਾਹਿਬ ਜਿਨ੍ਹਾਂ ਨੇ ਅਜਰ ਨੂੰ ਜਰਨ ਦੀ ਖੇਡ ਵਰਤਾਈ ਕਦੇ ਆਪਣੀ ਅਜ਼ਮਤ ਕਰਾਬਾਤ ਪ੍ਰਗਟ ਕਰਕੇ ਨਹੀਂ ਵਿਖਾਈ। ਐਸੇ ਅਜਰ ਨੂੰ ਜਰਨ ਵਾਲੇ ਹਨ। ਅਜਰ ਜਰਨ ਤ੍ਰਿਤ ਛਿਤ ਸਮਤਾਈ ਜਿਵੇਂ ਧਰਤੀ ਵਿੱਚ ਧੀਰਜ ਆ ਧਰਤੀ ਸਮਾਨ ਧੀਰਜ ਨੂੰ ਰੱਖਣ ਵਾਲੇ ਅਜਰ ਨੂੰ ਜਰ ਲੈਣ ਵਾਲੇ ਗੁਰੂ ਅੰਗਦ ਦੇਵ ਸਾਹਿਬ ਜੀ ਹਨ। ਜਿਨ ਕੇ ਗੁਣ ਕਹੋ ਬਰਨੇ ਕੌਣ ਇਹਦੇ 'ਚ ਇੰਨੀ ਤਾਕਤ ਹੈ ਕਿ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਗੁਣਾਂ ਨੂੰ ਵਰਣਨ ਕਰਕੇ ਕਹਿ ਸਕੇ ਕਿ ਇਹਦੇ ਵਿੱਚ ਇੰਨੀ ਸਮਰੱਥ ਹੈ। ਕਿਹੜਾ ਕਵੀ ਹੈ ਇਹੋ ਜਿਹੇ ਛੰਦ ਬਣਾਵੇ ਜਿਹਦੇ ਵਿੱਚ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਦੇ ਸਾਰੇ ਗੁਣ ਕਹੇ ਜਾ ਸਕਣ? ਨਹੀਂ ਕਹੇ ਜਾ ਸਕਦੇ। ਬਾਣੀ ਸ਼ੇਸ਼ ਦੇਖ ਰਹਿ ਮੌਨ ਸ਼ੇਸ਼ ਨਾਗ ਵੀ ਆਪਣੀਆਂ 1000 ਜੀਭਾਂ ਨਾਲ ਮਹਾਰਾਜ ਜੀ ਦੀ ਉਪਮਾ ਕਰਦਾ ਹੈ ਤੇ ਕਰਨ ਤੋਂ ਬਾਅਦ ਇਹੀ ਕਹਿੰਦਾ ਮਹਾਰਾਜ ਜੀ ਤੁਸੀਂ ਬੇਅੰਤ ਹੋ ਬੇਅੰਤ ਹੋ ਨੇਤ ਹੋ ਵੀ ਮੌਨ ਹੋ ਜਾਂਦਾ ਕਹਿੰਦਾ ਹੀ ਵੀ ਸਤੀ ਭਾਰ ਜਾ ਹੋਈ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਮਹਿਲ ਹਨ ਸਤਿਕਾਰਯੋਗ ਮਾਤਾ ਖੀਵੀ ਜੀ। ਮਾਤਾ ਖੀਵੀ ਸੋ ਸੋਏ ਜਿਨ ਗੋਏ ਉਠਾਲੀ। ਮਾਤਾ ਖੀਵੀ ਜੀ ਜੋ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਧਰਮ ਸੁਪਤਨੀ ਮਹਿਲ ਹਨ। ਭਈ ਆਤਮਜ ਤਿਸ ਤੇ ਦੋਈ। ਮਾਤਾ ਖੀਵੀ ਜੀ ਦੇ ਉਦਰ ਤੋਂ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਗ੍ਰਹਿ ਵਿਖੇ 2 ਪੁੱਤਰਾਂ ਦਾ ਜਨਮ ਹੋਇਆ। ਨਾਮ ਦਾਸੂ ਅਰ ਦਾਤੂ ਧੂਆ। ਦਾ ਨਾਮ ਬਾਬਾ ਦਾਸੂ ਜੀ ਹੈ ਤੇ ਦੂਜਿਆਂ ਦਾ ਨਾਮ ਬਾਬਾ ਦਾਤੂ ਜੀ ਹੈ। ਔਰ 2 ਹੀ ਸੁਪੁੱਤਰੀਆਂ ਸਨ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਦੀਆਂ। ਇੱਕ ਦਾ ਨਾਮ ਬੀਬੀ ਅਮਰੋ ਜੀ ਹੈ ਤੇ ਦੂਜੀ ਦਾ ਨਾਮ ਬੀਬੀ ਅਨੋਖੀ ਜੀ ਹੈ। ਜਿਨ ਕੈ ਹਿਰਦੇ ਗਿਆਨ ਦਿੜ ਹੁਆ। ਬਾਬਾ ਦਾਤੂ ਔਰ ਬਾਬਾ ਦਾਸੂ ਜੀ ਵੀ ਗੁਰੂ ਅੰਗਦ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਹਨ ਜਿਹੜੇ ਆਤਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋਏ। ਦੁਆਦਸ਼ ਬਰਖ ਟਿਕੇ ਗੁਰ ਗਾਦੀ। ਖਾਲਸਾ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਖਡੂਰ ਸਾਹਿਬ 12 ਸਾਲ ਤਕਰੀਬਨ ਗੁਰਗੱਦੀ ਦੇ ਉੱਤੇ ਰਹੇ। ਖਸ਼ਟ ਮਾਸ 9 ਦਿਨ ਅਹਿਲਾਦੀ। ਸਾਰਾ ਕੁੱਲ ਸਮਾਂ ਦੱਸਦੇ ਨੇ ਗੁਰਿਆਈ ਦਾ ਗੁਰੂ ਅੰਗਦ ਸਾਹਿਬ ਦਾ। ਗੁਰੂ ਅੰਗਦ ਦੇਵ ਸਾਹਿਬ ਨੇ 12 ਸਾਲ 6 ਮਹੀਨੇ ਤੇ 9 ਦਿਨ ਗੁਰਿਆਈ ਕੀਤੀ ਹੈ। ਗੁਰੂ ਅੰਗਦ ਸਾਹਿਬ ਨੇ 12 ਸਾਲ 6 ਮਹੀਨੇ ਤੇ 9 ਦਿਨ ਦੀ ਗੁਰਿਆਈ ਕਰਕੇ ਅਨੇਕਾਂ ਜੀਵਾਂ ਦਾ ਪਾਰ ਉਤਾਰਾ ਸਤਿਗੁਰਾਂ ਨੇ ਕੀਤਾ। 16/7/9 ਸੰਮਤ ਔਰ ਕਹਿੰਦੇ 1609 ਸੰਮਤ ਬਿਕਰਮੀ ਵਿੱਚ ਚੌਥ ਚੇਤ ਸੁਦੀ ਨਰ ਸਿਰ ਮੋਰ। ਚੌਥ ਸੁਦੀ ਚੇਤਰ ਦੇ ਵਿੱਚ ਸਤਿਗੁਰੂ ਸਿਰਮੌਰ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਤਨ ਕੋ ਤਜ ਬੈ
ਵੈਕੁੰਠ ਸਿਧਾਰੇ। ਆਪਣਾ ਸਰੀਰ ਤਿਆਗ ਕੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਖਡੂਰ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾਏ। ਸ਼੍ਰੀ ਗੁਰ ਅਮਰ ਤਖਤ ਬੈਠਾਰੇ। ਔਰ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਤੋਂ ਬਾਅਦ ਤੀਸਰੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਗੁਰਗੱਦੀ ਦੇ ਤਖਤ ਤੇ ਸਵਾਰ ਹੋਏ। ਦੋਹਰਾ ਗ੍ਰਾਮ ਖੰਡੂਰ ਗੋਵਿੰਦ ਕਰ ਤੈ ਸਿਸਕਾਰੀ ਦੇਹ। ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਜੋ ਖਡੂਰ ਸਾਹਿਬ ਵਿਖੇ ਮਹਾਰਾਜ ਜੀ ਦਾ ਸਥਾਨ ਹੈ ਨਾ, ਇਹ ਜੁਲਾਏ ਦਾ ਘਰ ਸੀ। ਉਹ ਖੱਡੀ ਜਿਹਦੇ ਨਾਲ ਠੁੱਡਾ ਲੱਗ ਕੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਡਿੱਗ ਪਏ ਸਨ ਤੇ ਉੱਥੇ ਹੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਕੀਤਾ ਗਿਆ। ਅਬਲੋ ਖਰਿਓ ਕਰੀਰ ਤਰੋ ਕਿਲਕ ਲੱਗਿਓ ਪਗ ਜੇ। ਉਹ ਕਿੱਲੀ ਜਿਹੜੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਨੂੰ ਲੱਗੀ ਸੀ, ਭਾਈ ਸਾਹਿਬ ਕਹਿੰਦੇ ਅੱਜ ਤੱਕ ਉਹਦਾ ਕਰੀਰ ਬਣਿਆ ਉਹ ਦਰਖਤ ਉੱਥੇ ਖੜਾ ਹੈ, ਸੰਗਤਾਂ ਦਰਸ਼ਨ ਕਰਦੀਆਂ ਹਨ। ਚੋਪਈ ਬਾਸਰ ਕੇ 1 ਗ੍ਰਾਮ ਸੁਨਾਮੋ। ਹੁਣ ਗੁਰੂ ਅਮਰਦਾਸ ਸਾਹਿਬ ਜੀ ਦਾ ਸਜਰਾ ਦੱਸਦੇ ਨੇ, ਬਿਓਰਾ ਦੱਸਦੇ ਨੇ। ਬਾਸਰ ਕੇ ਗ੍ਰਾਮ ਹੈ ਬੜਾ ਪ੍ਰਸਿੱਧ। ਤੇਜੋ ਮਲ ਬਸੇ ਕਰ ਧਾਮੋ। ਉੱਥੇ ਬਾਬਾ ਤੇਜਭਾਨ ਜੀ ਜਿਨ੍ਹਾਂ ਨੂੰ ਤੇਜੋ ਮੱਲ ਵੀ ਕਹਿੰਦੇ ਹਨ, ਉਹ ਵਸਦੇ ਸਨ। ਰੂਪ ਕੌਰ ਦਾਰਾ ਤਿਸ ਕੇਰੀ। ਉਹਨਾਂ ਦੇ ਮਹਿਲ ਉਹਨਾਂ ਦੇ ਧਰਮ ਸੁਪਤਨੀ ਹਨ ਮਾਤਾ ਰੂਪ ਕੋਇਰ ਜੀ। ਤਪਸਾ ਕੀ ਨਸ ਜਿਨੋ ਬਡੇਰੀ। ਉਹਨਾਂ ਨੇ ਬੜੀ ਤਪੱਸਿਆ ਕੀਤੀ, ਬਾਬਾ ਤੇਜਭਾਨ ਜੀ ਤੇਜਮੱਲ ਜੀ ਨੇ ਔਰ ਮਾਤਾ ਰੂਪ ਕੋਇਰ ਜੀ ਨੇ ਬੜੀ ਬੰਦਗੀ ਕੀਤੀ। ਤਪ ਕਰਕੇ ਅਕਾਲ ਪੁਰਖ ਕੋਲੋਂ ਵਰ ਮੰਗਿਆ, ਸਾਡੇ ਘਰ ਪੁੱਤਰ ਬਣ ਕੇ ਪ੍ਰਕਾਸ਼ ਧਾਰੋ। ਜਿਸ ਕੋ ਫਲ ਬਿਦ ਤਿਉ ਅਸ ਆਏ। ਉਸ ਤਪੱਸਿਆ ਦਾ ਫਲ ਲੱਗਾ, ਉਸ ਤਪੱਸਿਆ ਨੂੰ ਫਲ ਪ੍ਰਾਪਤ ਹੋਇਆ। ਜਨਮਿਓ ਸੁਤ ਸ਼ੁਭ ਗੁਣ ਸਮੁਦਾਏ। ਸ਼ੁਭ ਗੁਣਾਂ ਦੇ ਸਹਿਤ ਸੰਪੰਨ ਸਾਹਿਬਜ਼ਾਦੇ ਨੇ ਬਾਬਾ ਤੇਜਮੱਲ ਜੀ ਦੇ ਗ੍ਰਹਿ ਵਿਖੇ ਮਾਤਾ ਰੂਪ ਕੋਇਰ ਜੀ ਦੇ ਉਦਰ ਤੋਂ ਪ੍ਰਕਾਸ਼ ਧਾਰਨ ਕੀਤਾ। ਸ਼੍ਰੀ ਗੁਰ ਅਮਰਦਾਸ ਬਰ ਨਾਮੋ। ਔਰ ਉਹਨਾਂ ਦਾ ਨਾਮ ਰੱਖਿਆ ਸ਼੍ਰੀ ਗੁਰੂ ਅਮਰਦਾਸ ਸਾਹਿਬ। ਸ਼੍ਰੀ ਅਮਰਦਾਸ ਸਾਹਿਬ ਨਾਮ ਰੱਖਿਆ। ਗੁਰੂ ਪਾਤਸ਼ਾਹ ਕੋਲੋਂ ਗੁਰਿਆਈ ਪ੍ਰਾਪਤ ਕਰਕੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਹੋ ਕੇ ਸੰਸਾਰ ਵਿੱਚ ਤੀਸਰੇ ਪਾਤਸ਼ਾਹ ਹੋ ਕੇ ਮਹਾਰਾਜ ਜੀ ਪ੍ਰਗਟ ਹੋਏ। ਬ੍ਰਹਮ ਗਿਆਨ ਨਿਸ਼ਚਲ ਕੇ ਧਾਮੋ। ਬ੍ਰਹਮ ਗਿਆਨ ਜੋ ਨਿਸ਼ਚਲ ਹੈ ਉਸ ਦੇ ਘਰ ਵਿੱਚ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਸਦਾ ਟਿਕੇ ਰਹਿੰਦੇ ਨੇ। ਗੁਰ ਅੰਗਦ ਸੇਵੇ ਇਸ ਰੀਤ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੇਵਾ ਗੁਰੂ ਅਮਰਦਾਸ ਸਾਹਿਬ ਜੀ ਨੇ ਕੀਤੀ। ਕਹਿੰਦੇ ਇਹੋ ਜੀ ਰੀਤ ਨਾਲ ਸੇਵਾ ਕੀਤੀ। ਸੁਨ ਰੋਮਾਂਚ ਹੋਏ ਬਿਸਮਤ ਚੀਤ। ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਬਾਰੇ ਸੁਣੀਏ ਨਾ, ਸਰੀਰ ਦੇ ਰੋਮ ਖੜੇ ਹੋ ਜਾਂਦੇ ਐ ਕਿ ਇਹੋ ਜੀ ਉਮਰ ਬਿਰਧ ਅਵਸਥਾ ਜਿਹਦੇ 'ਚ ਬੰਦੇ ਕੋਲੋਂ ਚੱਲਣਾ ਔਖਾ ਹੁੰਦਾ ਹੈ, ਦਿਨ ਰਾਤ ਇੱਕ ਕਰਕੇ ਸਤਿਗੁਰਾਂ ਦੀ ਸੇਵਾ 'ਚ ਲੱਗੇ ਰਹਿੰਦੇ ਨੇ। ਇਹੋ ਜੀ ਘਾਲਣਾ ਘਾਲੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ। ਕਹਿੰਦੇ ਜਦੋਂ ਜਾਣਾ ਨਾ ਖਡੂਰ ਸਾਹਿਬ ਤੋਂ ਪੁੱਠੇ ਪੈਰੀ ਟੁਰਨਾ ਕਿ ਕਿਤੇ ਮੇਰੀ ਪਿੱਠ ਮੇਰੇ ਗੁਰੂ ਕੀ ਨਗਰੀ ਵੱਲ ਨਾ ਹੋ ਜੇ। ਜਿੱਥੋਂ ਤੱਕ ਨਗਰ ਦਿਸਦੇ ਰਹਿਣਾ ਉੱਥੋਂ ਤੱਕ ਪੁੱਠੇ ਪੈਰੀ ਜਾਣਾ। ਜਦੋਂ ਨਗਰ ਦਿਸਣਾ ਬੰਦ ਹੋਣਾ ਉੱਥੋਂ ਮੱਥਾ ਟੇਕਣਾ, ਫਿਰ ਸਿੱਧੇ ਪੈਰੀ ਸਿੱਧੇ ਚਰਨੀ ਚੱਲਣਾ। ਇਹੋ ਜੀ ਘਾਲਣਾ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਘਾਲੀ। ਇਹੋ ਜੀ ਸੇਵਾ ਕੀਤੀ ਕਿ ਜਿਸ ਸੇਵਾ ਨੂੰ ਸੁਣ ਕੇ ਸਰੀਰ ਦੇ ਰੋਮ ਜਿਹੜੇ ਨੇ ਲੋ ਕੰਡੇ ਖੜੇ ਹੋ ਜਾਂਦੇ ਹਨ। ਜਬੇ 72 ਬਰਖ ਬੈ ਪਈ। ਖਾਲਸਾ ਜੀ ਜਦੋਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੀ 72 ਵਰਿਆਂ ਦੀ ਉਮਰ ਹੋਈ, 72 ਸਾਲ ਦੀ ਉਮਰ ਵਿੱਚ ਤਬੇ ਆਏ ਗੁਰ ਸੇਵਾ ਲਈ। ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਸਨ 72 ਸਾਲ ਦੀ ਉਮਰ ਵਿੱਚ। ਦੁਆਦਸ਼ ਸੰਮਤ ਕਰ ਸਾਸਰੂਖਾ। ਔਰ 12 ਸਾਲ ਨਿਰੰਤਰ ਸੱਚੀ ਸਰਕਾਰ ਦਾ ਪਾਣੀ ਢੋਇਆ ਗੁਰੂ ਅਮਰਦਾਸ ਸਾਹਿਬ ਨੇ। 12 ਸਾਲ ਗਾਗਰ ਢੋਣ ਦੀ ਸੇਵਾ, ਗੁਰੂ ਕੇ ਲੰਗਰਾਂ ਵਿੱਚ ਬਾਲਣ ਝੋਕਣ ਦੀ ਸੇਵਾ, ਲੰਗਰ ਪਕਾਉਣ ਦੀ ਸੇਵਾ, ਗੁਰੂ ਅੰਗਦ ਸਾਹਿਬ ਨੂੰ ਇਸ਼ਨਾਨ ਕਰਾਉਣ ਦੀ ਸੇਵਾ।
12 ਸਾਲ ਲਗਾਤਾਰ ਨਿਰੰਤਰ, ਨਾ ਦਿਨ ਵੇਖਿਆ ਨਾ ਰਾਤ, ਲਗਾਤਾਰ ਸੇਵਾ 'ਚ ਹੀ ਜੁੜੇ ਰਹੇ ਗੁਰੂ ਅਮਰਦਾਸ ਸਾਹਿਬ। ਜਿਵੇਂ ਡਾਕਟਰ ਭਾਈ ਵੀਰ ਸਿੰਘ ਜੀ ਲਿਖਦੇ ਆ ਨਾ ਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਦੀ ਨੀਂਦਰ ਉਹ ਦਿਨੇ ਰਾਤ ਪਏ ਬਹਿੰਦੇ। ਇਹੋ ਜੀ ਘਾਲਣਾ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਘਾਲੀ। 12 ਸਾਲ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਕੀਤੀ। ਮੋਰਿਓ ਨਾ ਮਨ ਕਬ ਰਿਓ ਅਦੁਖਾ। ਕਦੇ ਮਨ ਗੁਰੂ ਸਾਹਿਬ ਦੀ ਸੇਵਾ ਤੋਂ ਉਪਰਾਮ ਨਹੀਂ ਹੋਇਆ, ਕਦੇ ਪਾਤਸ਼ਾਹ ਦੀ ਸੇਵਾ ਤੋਂ ਮਨ ਮੁੜਿਆ ਨਹੀਂ। ਬਿਨਾਂ ਦੋਸ਼ਾਂ ਤੋਂ, ਬਿਨਾਂ ਵਿਕਾਰਾਂ ਤੋਂ, ਵਿਕਾਰ ਰਹਿਤ ਹੋ ਕੇ ਲਗਾਤਾਰ ਇੱਕ ਰਸ ਸਤਿਗੁਰਾਂ ਦੀ ਸੇਵਾ ਇਉਂ ਕੀਤੀ ਜਿਵੇਂ ਮਹਾਰਾਜ ਜੀ ਦੱਸਦੇ ਆ ਨਾ ਆਪ, ਹਸਤੀ ਸਿਰ ਜਿਉ ਅੰਕਸ ਹੈ, ਅਹਰਣ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ। ਇਦਾਂ ਦੀ ਸੇਵਾ ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਕੀਤੀ ਹੈ। ਬੈਸ 84 ਸੰਮਤ ਜਬੈ। ਜਦੋਂ ਮਹਾਰਾਜ ਜੀ ਦੇ ਸਰੀਰ ਦੀ ਆਯੂ 84 ਸਾਲ ਦੀ ਹੋ ਗਈ, ਤਖਤ ਜਗਤ ਗੁਰ ਤਾ ਟਿਕ ਤਬੇ। ਫਿਰ ਗੁਰਿਆਈ ਦੇ ਤਖਤ ਤੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਸਜੇ। ਗੁਰੂ ਅਮਰਦਾਸ ਸਾਹਿਬ ਜੀ ਗੁਰੂ ਅੰਗਦ ਸਾਹਿਬ ਤੋਂ ਬਾਅਦ ਸਿੱਖਾਂ ਦੇ ਤੀਸਰੇ ਪਾਤਸ਼ਾਹ ਸਦਾਏ। ਕਰਿਓ ਪ੍ਰਕਾਸ਼ ਨੇ ਆਪਣੋ ਆਪ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣਾ ਆਪ ਪ੍ਰਕਾਸ਼ਿਆ, ਭਾਵ ਆਪਣੇ ਆਪ ਨੂੰ ਪ੍ਰਗਟ ਕੀਤਾ। ਕਹੋ ਪੈਜ ਆਪਣੀ ਕੋ ਥਾਪ। ਔਰ ਕਹਿੰਦੇ ਆਪਣੀ ਪੈਜ ਨੂੰ ਥਾਪਿਆ ਸਤਿਗੁਰੂ ਜੀ ਨੇ। ਜਬ ਲਗ ਜਗ ਹਮਰੋ ਤਨ ਰਹੇ। ਪਾਤਸ਼ਾਹ ਨੇ ਬਚਨ ਕਹੇ ਗੁਰੂ ਅਮਰਦਾਸ ਸਾਹਿਬ ਨੇ ਗੋਇੰਦਵਾਲ ਸਾਹਿਬ, ਕਹਿੰਦੇ ਜਦੋਂ ਤੱਕ ਇਹ ਸਾਡਾ ਸਰੀਰ ਇਸ ਨਗਰ ਵਿੱਚ ਰਹੇਗਾ, ਸੁਤ ਮ੍ਰਿਤਿਉ ਮਾਤ ਪਿਤਾ ਨੇ ਲਹੀ। ਉਨੀ ਦੇਰ ਤੱਕ ਇਸ ਨਗਰ ਗੋਇੰਦਵਾਲ ਸਾਹਿਬ ਵਿੱਚ ਕਿਸੇ ਮਾਂ-ਬਾਪ ਦੇ ਪੁੱਤਰ ਦੀ ਮੌਤ ਨਹੀਂ ਹੋਵੇਗੀ। ਸਤਿ ਸ੍ਰੀ ਅਕਾਲ। ਇਹ ਬ੍ਰਤ, ਇਹ ਪੈਜ ਮਹਾਰਾਜ ਜੀ ਨੇ ਰੱਖੀ, ਇਹ ਬ੍ਰਤ ਪਾਲਿਆ ਮਹਾਰਾਜ ਜੀ ਨੇ ਪ੍ਰਣ। ਖਾਲਸਾ ਜੀ 22 ਸਾਲ ਧਰਮਰਾਜ ਦੇ ਦੂਤ ਗੋਇੰਦਵਾਲ ਸਾਹਿਬ ਨਹੀਂ ਵੜ ਸਕੇ। ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਤਾਪ ਹੈ। ਦ્વੈ ਬਿਸੰਤ ਦਿੱਲੀ ਉਮਰਾਵ। ਦ્વੈ ਬਿਸੰਤ ਦਾ ਮਤਲਬ ਹੁੰਦਾ 22। ਹਿੰਦੁਸਤਾਨ ਦੇ ਉਸ ਵੇਲੇ 22 ਸੂਬੇ ਸਨ, 22 ਸਟੇਟਾਂ ਸਨ। ਤਿਤੇ ਸਿੱਖ ਮੰਜੀ ਸੋ ਬਿਠਾਵ। ਅਮਰਦਾਸ ਸਾਹਿਬ ਜੀ ਦੇ ਸਮੇਂ ਸਿੱਖੀ, ਗੋਇੰਦਵਾਲ ਸਾਹਿਬ ਸਿੱਖੀ ਦਾ ਧੁਰਾ ਬਣਿਆ। ਖਾਲਸਾ ਜੀ 22 ਮੰਜੀਆਂ ਮਹਾਰਾਜ ਜੀ ਨੇ ਪ੍ਰਚਾਰਕਾਂ ਦੀਆਂ ਥਾਪੀਆਂ। 22 ਸੂਬੇ ਸਨ ਹਿੰਦੁਸਤਾਨ ਦੇ ਤੇ 22 ਮੰਜੀਆਂ ਹੀ ਮਹਾਰਾਜ ਜੀ ਨੇ ਪ੍ਰਚਾਰਕਾਂ ਦੀਆਂ ਥਾਪੀਆਂ। ਆਪੋ ਬਣੇ ਪ੍ਰਚਾਰਕ ਖਾਲਸਾ ਜੀ ਪੰਥ ਵਿੱਚ ਵਿਤੰਡਾ ਪੈਦਾ ਕਰ ਰਹੇ ਨੇ, ਜਿਨ੍ਹਾਂ ਨੂੰ ਕਿਸੇ ਸੰਪਰਦਾਇ ਵਿੱਚ, ਕਿਸੇ ਟਕਸਾਲ ਦੇ ਵਿੱਚ ਰਹਿ ਕੇ ਸਿੱਖਿਆ ਹਾਸਲ ਨਹੀਂ ਕੀਤੀ, ਕੁਝ ਕਿਤਾਬਾਂ ਪੜ੍ਹੀਆਂ, ਕੋਰਸ ਜਾਂ ਕੀਤਾ ਤੇ ਵਿਤੰਡਾ ਪੈਦਾ ਕਰਦੇ ਹੈ। ਗੁਰੂ ਖਾਲਸਾ ਜੀ ਜਦੋਂ ਤੱਕ ਸੰਚੇ ਵਿੱਚ ਨਹੀਂ ਢਲਦਾ ਕੋਈ ਪ੍ਰਚਾਰਕ ਗੁਰਬਾਣੀ ਦੇ ਆਸ਼ੇ ਮੁਤਾਬਕ ਸੰਪਰਦਾਵਾਂ ਵਿੱਚ ਰਹਿ ਕੇ, ਉਸਤਾਦਾਂ ਪਾਸ ਰਹਿ ਕੇ ਸੇਵਾ ਸਿਮਰਨ ਕਰਦੇ ਆ, ਉਦੋਂ ਤੱਕ ਪੁਰਾਤਨ ਸਮਿਆਂ 'ਚ ਪ੍ਰਚਾਰਕ ਨਹੀਂ ਸਨ, ਉਹਨੂੰ ਸਟੇਜ ਤੇ ਬਹਿਣ ਦੀ ਆਗਿਆ ਨਹੀਂ ਸੀ ਹੁੰਦੀ ਵੀ ਤੂੰ ਕਥਾ ਕਰ। ਗੁਰੂ ਅਮਰਦਾਸ ਸਾਹਿਬ ਜੀ ਤੇ ਪਾਤਸ਼ਾਹ ਤਾਂ ਭਾਈ ਮਾਨਕ ਚੰਦ ਜੀ ਵਰਗੇ ਮਹਾਂਪੁਰਸ਼ਾਂ ਤੇ ਕਿਰਪਾ ਕੀਤੀ, ਜਿਹੜੇ ਤੁਰਿਆ ਪਦ ਦੀ ਅਵਸਥਾ ਨੂੰ ਪ੍ਰਾਪਤ ਹੋਏ ਭਾਈ ਪ੍ਰੇਮਾ ਜੀ ਵਰਗੇ, ਜਿਨ੍ਹਾਂ ਨੂੰ ਮਹਾਰਾਜ ਜੀ ਨੇ ਮੁਰਾਰੀ ਦੀ ਉਪਾਧੀ ਦਿੱਤੀ। ਬਾਬਾ ਸਾਵਣ ਮੱਲ ਜੀ ਵਰਗੇ ਮਹਾਂਪੁਰਸ਼, ਜਿਨ੍ਹਾਂ ਨੂੰ ਆਤਮ ਗਿਆਨ ਦੀ ਸੋਝੀ ਦਿੱਤੀ, ਮਹਾਰਾਜ ਜੀ ਨੇ ਤਿੰਨਾਂ ਨੂੰ ਪ੍ਰਚਾਰਕ ਬਣਾ ਕੇ 22 ਮੰਜੀਆਂ ਥਾਪ ਕੇ ਪ੍ਰਚਾਰ ਪ੍ਰਸਾਰ ਦੀ ਸੇਵਾ ਵਿੱਚ ਲਾਇਆ। ਕੌਣ ਕੌਣ ਗੁਣ ਤਿਨ ਕੇ ਪਨੀਏ। ਕਹਿੰਦੇ ਭਾਈ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਕਿਹੜੇ ਕਿਹੜੇ ਗੁਣ ਕਹੀਏ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕਰ ਊਚ ਭਗਵਾਨਾ। ਮਹਾਰਾਜ ਜੀ ਤੁਹਾਡੇ ਕਿਹੜੇ ਕਿਹੜੇ ਗੁਣ ਕਹੀਏ। ਅਖੀਰ ਨੂੰ ਭੱਟਾ ਨੇ ਵੀ ਆਖਿਆ, ਕਨ ਹਰ ਬੂੰਦ ਬਸੋਰੋ ਮਾਵਲ, ਕੁਸਮ ਬਸੰਤ ਗਨੰਤ ਨ ਆਵੈ, ਰਬ ਸਸ ਕਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਵ ਜਨ ਭਲ ਉਨੈ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਗੁਰ ਅਮਰਦਾਸ ਕੀ ਕਥ ਕਥਾ ਹੈ, ਏਕ ਜਿਹੀ ਕਛ ਕਹੀ ਨਾ ਜਾਏ।
ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਤੁਹਾਡੇ ਕਿਹੜੇ ਕਿਹੜੇ ਗੁਣ ਕਹੀਏ, ਕਿਹੜੇ ਕਿਹੜੇ ਗੁਣਾਂ ਨੂੰ ਵਰਣਨ ਕਰੀਏ। ਜਲ ਤਰੰਗ ਰਜ ਕਨ ਸਮਗਨੀਏ। ਮਹਾਰਾਜ ਜੀ ਤੁਸੀਂ ਅਥਾਹ ਸਮੁੰਦਰ ਹੋ, ਅਸੀਂ ਰੰਚਕ ਜੀ ਪਾਣੀ ਦੀ ਇੱਕ ਤਰੰਗ ਦੇ ਸਮਾਨ, ਬੁੱਧਬੁਦੇ ਦੇ ਸਮਾਨ। ਮਹਾਰਾਜ ਜੀ ਤੁਸੀਂ ਮਹਾਨ ਸੁਮੇਰ ਹੋ ਤੇ ਅਸੀਂ ਇੱਕ ਮਿੱਟੀ ਦੇ ਕਿਣਕੇ ਦੇ ਸਮਾਨ। ਕਿਵੇਂ ਤੁਹਾਡਾ ਅੰਤ ਪਾਈਏ ਜਾਣੀਏ। ਰਾਮੋ ਨਾਮ ਭਾਰ ਜਾ ਆਹੇ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਾਦੀ ਮਾਤਾ ਰਾਮੋ ਜੀ ਨਾਲ ਹੋਈ, ਜਿਨ੍ਹਾਂ ਦਾ ਨਾਮ ਮਾਤਾ ਮਨਸਾ ਦੇਵੀ ਕਰਕੇ ਵੀ ਆਉਂਦਾ ਹੈ। ਜਿਸ ਔਰ ਪਤ ਬ੍ਰਤ ਬਾਸਾ ਲਹੇ। ਮਾਤਾ ਰਾਮੋ ਜੀ ਜਿਨ੍ਹਾਂ ਦੇ ਹਿਰਦੇ 'ਚ ਪਤ ਵਰਤਾ ਧਰਮ ਹੈ, ਜੋ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਹਰ ਵੇਲੇ ਸੇਵਾ ਕਰਨ ਵਾਸਤੇ ਤਤਪਰ ਰਹਿੰਦੇ ਤੇ ਪਤ ਵਰਤਾ ਧਰਮ ਦੀ ਪਾਲਣਾ ਕਰਦੇ ਹਨ। ਤਵੈ ਸੁਤ ਜਿਸ ਤੇ ਜਨਮਤ ਪਏ। ਗੁਰੂ ਅਮਰਦਾਸ ਸਾਹਿਬ ਜੀ ਦੇ ਗ੍ਰਹਿ ਵਿਖੇ ਦੋ ਸਾਹਿਬਜ਼ਾਦਿਆਂ ਨੇ ਜਨਮ ਲਿਆ। ਮੋਹਨ ਨਾਮ ਮੋਹਰੀ ਥਏ। ਵੱਡੇ ਸਨ ਬਾਬਾ ਮੋਹਨ ਜੀ ਔਰ ਛੋਟੇ ਸਨ ਬਾਬਾ ਮੋਹਰੀ ਜੀ। ਉਪਜੀ ਸੁਤਾ ਨਾਮ ਜਿਸ ਪਾਨੀ। ਦੋ ਹੀ ਸਪੁੱਤਰੀਆਂ ਸਰ ਮਹਾਰਾਜ ਜੀ ਦੀਆਂ, ਇੱਕ ਦਾ ਨਾਮ ਸਤਿਕਾਰਯੋਗ ਮਾਤਾ ਭਾਨੀ ਜੀ ਔਰ ਇੱਕ ਦਾ ਨਾਮ ਸਤਿਕਾਰਯੋਗ ਬੀਬੀ ਦਾਨੀ ਜੀ। ਅਪਰ ਨ ਪਿਖੀਏ ਜਾਏ ਸਮਾਨੀ। ਕਹਿੰਦੇ ਜਿਨ੍ਹਾਂ ਦੇ ਸਮਾਨ ਹੋਰ ਕੌਣ, ਜਿਨ੍ਹਾਂ ਨੂੰ ਗੁਰੂ ਪੁੱਤਰੀ ਹੋਣ ਦਾ ਮਾਣ ਪ੍ਰਾਪਤ। ਧੰਨ ਮਾਤਾ ਭਾਨੀ ਜਿਹੜੇ ਗੁਰੂ ਸਾਹਿਬ ਜੀ ਦੇ ਸਪੁੱਤਰੀ ਹਨ, ਫਿਰ ਗੁਰੂ ਰਾਮਦਾਸ ਸਾਹਿਬ ਜੀ ਦੇ ਮਹਿਲ ਹਨ ਔਰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮਾਤਾ ਹਨ। ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤਿਨਾਂ ਦੇ ਕਹਿਣ ਤੋਂ ਭਾਵ ਕਿ ਇਸ ਗੁਰੂ ਪੋਤਰਾ ਵੀ ਗੁਰੂ ਹੈ, ਪਤੀ ਵੀ ਗੁਰੂ ਹੈ, ਪਿਤਾ ਵੀ ਗੁਰੂ ਹੈ। ਤੋ ਬਾਤਾ ਭਾਨੀ ਜੀ ਜਿਨ੍ਹਾਂ ਦੇ ਸਮਾਨ ਸੰਸਾਰ 'ਚ ਕੋਈ ਦੂਸਰੀ ਇਸਤਰੀ ਨਹੀਂ। ਅਪਰਮਾਨ ਬਰ ਭਾਗ ਮਾਨਾ। ਕਹਿੰਦੇ ਅਪਰਮਾਨ ਭਾਗ ਹਨ ਮਾਤਾ ਭਾਨੀ ਜੀ ਦੇ, ਜਿਨ੍ਹਾਂ ਦੇ ਵੰਸ਼ ਵਿੱਚ ਹੀ ਫਿਰ ਗੁਰਿਆਈ ਰਹੀ ਸੋਢੀਆਂ ਦੇ ਅੰਦਰ। ਜਿਸ ਕੋ ਪਿਤਾ ਗੁਰੂ ਜਗ ਮਾਨਾ। ਕਹਿੰਦੇ ਇਹੋ ਜਿਹੇ ਸਤਿਕਾਰਯੋਗ ਨੇ ਮਾਤਾ ਭਾਨੀ ਜੀ, ਜਿਨ੍ਹਾਂ ਦੇ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਸਾਰੇ ਜਗਤ ਵਿੱਚ ਮਾਨਨੀਏ ਹਨ। ਪੁਨ ਭਰਤਾ ਨੇ ਗੁਰਤਾ ਪਾਈ। ਫਿਰ ਭਰਤਾ ਪਤੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰਿਆਈ ਪ੍ਰਾਪਤ ਹੋਈ। ਕਿਨੋ ਉਧਾਰੇ ਨਰ ਸਮੁਦਾਈ। ਔਰ ਗੁਰੂ ਰਾਮਦਾਸ ਸਾਹਿਬ ਜੀ ਨੇ ਅਨੇਕਾਂ ਜੀਵਾਂ ਦਾ ਪਾਰ ਉਤਾਰਾ ਕੀਤਾ। ਪੁਨੇ ਜਗਤ ਕੋ ਗੁਰ ਸੁਤ ਪਇਓ। ਮਹਾਰਾਜ ਜੀ ਗੁਰੂ ਅਰਜਨ ਦੇਵ ਸਾਹਿਬ ਮਾਤਾ ਭਾਨੀ ਜੀ ਦੇ ਸਪੁੱਤਰ ਨੇ, ਜਿਹੜੇ ਇਸ ਜਗਤ ਵਿੱਚ ਗੁਰੂ ਰੂਪ ਹੋ ਕੇ ਪ੍ਰਗਟ ਹੋਏ। ਸੋ ਜਸ ਪ੍ਰਕਾਸ਼ ਦਸੋਂ ਦਿਸ਼ ਕਇਓ। ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਘਰ ਦਾ ਸੁਜਸ ਦਸਾਂ ਦਿਸ਼ਾਵਾਂ ਵਿੱਚ ਪ੍ਰਗਟ ਕੀਤਾ। ਜਾਂ ਤੇ ਬਹੁ ਵੱਡ ਭਾਗਾ ਪਾਨੀ। ਇਸ ਕਰਕੇ ਦੁਨੀਆ ਵਿੱਚ ਜਿੰਨੀਆਂ ਇਸਤਰੀਆਂ ਨੇ, ਸਭ ਤੋਂ ਵੱਡੇ ਭਾਗ ਸਤਿਕਾਰਯੋਗ ਮਾਤਾ ਭਾਨੀ ਜੀ ਦੇ ਹਨ। ਜੈ ਕੈ ਪ੍ਰਗਟ ਨਾਮ ਜਗ ਜਾਨੀ। ਜਿਨ੍ਹਾਂ ਦਾ ਨਾਮ ਸਾਰੇ ਜਗਤ 'ਚ ਜਾਣਿਆ ਜਾਂਦਾ ਹੈ ਔਰ ਪ੍ਰਗਟ ਹੈ। ਸ਼੍ਰੀ ਗੁਰ ਅਮਰ ਪੁੱਤਰ ਵੱਡ ਮੋਹਨ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਪੁੱਤਰ ਸਤਿਕਾਰਯੋਗ ਬਾਬਾ ਮੋਹਨ ਜੀ ਹਨ। ਦੇਵ ਬਧੂ ਜਿਸ ਕਰੇ ਨ ਮੋਹਨ। ਖਾਲਸਾ ਜੀ ਇਹੋ ਜੀ ਅਵਸਥਾ 'ਚ ਰਹਿੰਦੇ ਸੀ ਬਾਬਾ ਮੋਹਨ ਜੀ। ਉਨਮਤ ਅਵਸਥਾ ਉਹਨੂੰ ਕਹਿੰਦੇ ਨੇ ਕਿ ਦੇਵ ਬਧੂਟੀਆਂ ਵੀ ਆ ਕੇ ਉਹਨਾਂ ਨੂੰ ਮੋਹਿਤ ਨਹੀਂ ਸਨ ਕਰ ਸਕਦੀਆਂ। ਇਹੋ ਜਿਹੇ ਮਹਾਂਪੁਰਸ਼ ਸਨ ਕਿ ਜਿਹੜੀਆਂ ਦੇਵ ਬਧੂਆਂ ਨੇ, ਅਪਛਰਾਵਾਂ ਨੇ, ਉਹ ਵੀ ਆ ਕੇ ਉਹਨਾਂ ਨੂੰ ਮੋਹਿਤ ਨਹੀਂ ਸਨ ਕਰ ਸਕਦੀਆਂ। ਸਿਰ ਤੇ ਨਗਨ ਰਹੇ ਉਨਮਤ। ਕਹਿੰਦੇ ਸਰੀਰ ਦੀ ਬੇਸੁੱਧ ਹੋ ਕੇ ਅਵਸਥਾ, ਕਹਿੰਦੇ ਸੀਸ ਤੇ ਕਈ ਵਾਰੀ ਦਸਤਾਰ ਨਹੀਂ ਸੀ ਹੁੰਦੀ। ਨਗਨ ਸੇਰੀ ਕਹਿੰਦੇ ਕਈ ਦਿਨ ਕੁੰਡੀ ਲਾ ਲੈਣੀ ਦਰਵਾਜ਼ੇ ਦੀ ਔਰ ਸਮਾਧੀ ਵਿੱਚ ਬੈਠੇ ਰਹਿਣਾ। ਅੱਗੇ ਕਥਾ ਆਵੇਗੀ ਬਾਬਾ ਮੋਹਨ ਜੀ ਦੀ ਵੀ। ਇਹੋ ਜੀ ਅਵਸਥਾ ਵਿੱਚ, ਇਹਨੂੰ ਉਨਮਨੀ ਅਵਸਥਾ ਕਹਿੰਦੇ, ਜਿੱਥੇ ਸਰੀਰ ਦੀ ਸੁੱਧ ਬੁੱਧ ਨਾ ਰਹੇ। ਉਸ ਅਵਸਥਾ ਵਿੱਚ ਬਾਬਾ ਮੋਹਨ ਜੀ ਵਿਚਰਦੇ ਸਨ। ਹਿਰਦੇ ਗਿਆਨ ਦਿੜ ਚੇਤਨ ਸਤਿ। ਔਰ ਹਿਰਦੇ 'ਚ ਗਿਆਨ ਹੈ, ਚੇਤਨ ਸੱਤ ਦਾ ਜਿਹੜਾ ਗਿਆਨ ਹੈ ਉਹ ਹਿਰਦੇ ਵਿੱਚ ਹਮੇਸ਼ਾ ਬਾਬਾ ਮੋਹਨ ਜੀ ਦੇ ਰਹਿੰਦਾ ਹੈ। ਕਬ ਜੁਗ ਹਾਥਨ ਕਰੇ ਆਹਾਰੇ। ਕਹਿੰਦੇ ਕਈ ਵਾਰੀ ਪ੍ਰਸ਼ਾਦਾ ਛਕਣਾ, ਦੋ ਹੱਥਾਂ ਨਾਲ ਏਦਾਂ ਰੋਟੀ ਫੜ ਲੈਣੀ ਤੇ
ਉਹ ਦੋਹਾਂ ਹੱਥਾਂ ਨਾਲ ਹੀ ਪ੍ਰਸ਼ਾਦਾ ਛਕੀ ਜਾਣਾ। ਸਰੀਰ ਦੇ ਉੱਤੇ ਉੱਪਰ ਉੱਠੇ ਹੋਏ, ਜਿਵੇਂ ਬ੍ਰਹਮ ਗਿਆਨੀ ਭਾਈ ਰਾਮ ਕੁਵੇਰ ਸਾਹਿਬ ਜੀ ਦੀ ਅਵਸਥਾ ਦਾ ਜ਼ਿਕਰ ਆਇਆ ਨਾ ਪਿੱਛੇ, ਐਸੀ ਅਵਸਥਾ ਦੇ ਮਾਲਕ ਸਨ ਬਾਬਾ ਮੋਹਨ ਜੀ। ਦੋਹਾਂ ਹੱਥਾਂ ਨਾਲ ਹੀ ਪ੍ਰਸ਼ਾਦਾ ਜਿਹੜਾ ਕਦੇ ਕਦੇ ਛਕਣਾ। ਰਹੇ ਇਕਾਂਤ ਏਕ ਚੌਬਾਰੇ। ਤੇ ਚੁਬਾਰਾ ਸਾਹਿਬ ਮਹਾਰਾਜ ਜੀ ਦਾ ਸਥਾਨ ਹੈ, ਆਪ ਜੀ ਦਰਸ਼ਨ ਕਰਦੇ ਹੋ ਗੋਇੰਦਵਾਲ ਸਾਹਿਬ। ਇੱਥੇ ਹੀ ਪੰਜਵੇਂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਚੁਬਾਰਾ ਹੁੰਦਾ ਸੀ ਉੱਤੇ, ਤੇ ਚੁਬਾਰੇ ਦੇ ਵਿੱਚ ਕਮਰੇ ਵਿੱਚ ਬੰਦ, ਦਰਵਾਜ਼ਾ ਬੰਦ ਕਰ ਲੈਣਾ, ਭੇੜ ਲੈਣਾ। ਕਈ ਦਿਨ ਬਾਬਾ ਮੋਹਨ ਜੀ ਦੀ ਸਮਾਧੀ ਲੱਗੀ ਰਹਿਣੀ। ਕਈ ਦਿਨਾਂ ਬਾਅਦ ਦਰਵਾਜ਼ਾ ਖੋਲ ਕੇ ਬਾਹਰ ਆਉਣਾ, ਦਰਸ਼ਨ ਕਰਨੇ, ਆ ਕੇ ਬੌਲੀ ਸਾਹਿਬ 'ਚ ਇਸ਼ਨਾਨ ਪਾਨ ਕਰਨਾ। ਇਹੋ ਜੀ ਅਵਸਥਾ ਦੇ ਮਾਲਕ ਸਨ। ਨਮਰ ਪਿਓ ਨੇ ਕਿਸੇ ਅਗਾਰੀ। ਕਿਸੇ ਦੇ ਅੱਗੇ ਨਿਵੇਂ ਨਹੀਂ ਬਾਬਾ ਮੋਹਨ ਜੀ। ਕਿਸੇ ਅੱਗੇ ਨਿਵੇਂ ਕਿਉਂ ਨਹੀਂ ਦੱਸਦੇ ਨੇ? ਅਹੰ ਬ੍ਰਹਮ ਉਰ ਮੈਂ ਦਿੜ ਪਾਰੀ। ਕਿਉਂਕਿ ਕਹਿੰਦੇ ਬ੍ਰਹਮੀ ਆ ਜਦੋਂ, ਤੇ ਹੁਣ ਬ੍ਰਹਮ ਕਿਹਦੇ ਅੱਗੇ ਨਿਵੇਂ? ਜਦੋਂ ਬ੍ਰਹਮਾਕਾਰੀ ਬਿਰਤੀ ਹੋ ਗਈ, ਅਹੰਗ ਬ੍ਰਹਮ ਦਾ ਗਿਆਨ ਹਿਰਦੇ 'ਚ ਸੀ। ਹੁਣ ਉਹ ਜੋ ਬ੍ਰਹਮ ਰੂਪ ਹੋ ਗਿਆ, ਹੁਣ ਉਹ ਬ੍ਰਹਮ ਕਿਸ ਅੱਗੇ ਨਿਵੇਂ? ਅਨੁਜ ਮੋਹਰੀ ਸੁਮਤ ਮਾਨੀ। ਬਾਬਾ ਮੋਹਨ ਜੀ ਦੇ ਛੋਟੇ ਭਰਾਤਾ ਗੁਰੂ ਅਮਰਦਾਸ ਸਾਹਿਬ ਦੇ ਛੋਟੇ ਪੁੱਤਰ ਸਨ ਬਾਬਾ ਮੋਹਰੀ ਜੀ, ਜਿਹੜੇ ਬੜੇ ਸੁਮਤਵਾਨ, ਜਿੰਨੇ ਘਰ ਦੇ ਕੰਮਕਾਰ ਹੁੰਦੇ ਸਨ ਉਹ ਬਾਬਾ ਮੋਹਰੀ ਜੀ ਕਰਿਆ ਕਰਦੇ ਸਨ। ਪਿਤਾ ਬਾਕ ਸਾਦਰ ਜਿਨ ਮਾਨੇ। ਆਪਣੇ ਪਿਤਾ ਜੀ ਦੇ ਬਚਨ ਸਤਕਾਰ ਸਹਿਤ ਬਾਬਾ ਮੋਹਰੀ ਜੀ ਨੇ ਮੰਨੇ। ਜਦੋਂ ਗੁਰੂ ਰਾਮਦਾਸ ਸਾਹਿਬ ਨੂੰ ਗੁਰਿਆਈ ਦਿੱਤੀ ਨਾ, ਮਹਾਰਾਜ ਜੀ ਨੇ ਆਖਿਆ ਮੋਹਰੀ, ਤੇਰਾ ਨਾਮ ਮੋਹਰੀ ਆ, ਸੰਗਤ ਦਾ ਮੋਹਰੀ ਬਣੇਗਾ। ਜੇ ਬਣੇਗਾ ਮੋਹਰੀ ਤੇ ਫਿਰ ਆਪਣੇ ਨਾਂ ਦੀ ਲਾਜ ਰੱਖ, ਗੁਰੂ ਰਾਮਦਾਸ ਜੀ ਨੂੰ ਨਮਸਕਾਰ ਕਰ। ਤੇ ਮੋਹਰੀ ਪੁੱਤ ਸਨਮੁਖ ਹੋਆ। ਬਾਬਾ ਮੋਹਰੀ ਜੀ ਅੱਗੇ ਆਏ ਤੇ ਗੁਰੂ ਰਾਮਦਾਸ ਸਾਹਿਬ ਨੂੰ ਨਮਸਕਾਰ ਸਭ ਤੋਂ ਪਹਿਲਾਂ ਕੀਤੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕੋ ਇੱਕ ਗੁਰੂ ਪੁੱਤਰ ਬਾਬਾ ਮੋਹਰੀ ਜੀ ਨੂੰ ਸਨਮੁਖ ਸ਼ਬਦ ਨਾਲ ਸੰਬੋਧਨ ਕੀਤਾ ਹੈ। ਇਹੋ ਜਿਹੇ ਮਹਾਂਪੁਰਸ਼ ਜਿਨ੍ਹਾਂ ਦਾ ਨਾਮ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਲਿਆ, ਬਾਬਾ ਮੋਹਰੀ ਜੀ। ਮੋਹਰੀ ਪੁੱਤ ਸਨਮੁਖ ਹੋਆ। ਇੱਕ ਨਿਹੰਗ ਸਿੰਘ ਸਨ, ਉਹ ਬਕਾਇਦਾ ਹਰ ਸਾਲ ਬਾਬਾ ਮੋਹਰੀ ਜੀ ਦਾ ਦਿਨ ਮਨਾਇਆ ਕਰਦੇ ਸਨ। ਉਹਨਾਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਕਰਾਉਣਾ, ਫਿਰ ਭੋਗ ਵਾਲੇ ਦਿਨ ਲੰਗਰ ਕਰਨਾ। ਹੱਠ ਤੱਪ ਦਾ ਪਹਿਰਾ ਸੀ, ਪਰ ਫਿਰ ਵੀ ਭਾਵਨਾ ਸ਼ੁੱਧ ਸੀ। ਕਿਸੇ ਨੇ ਪੁੱਛਿਆ ਵੀ ਤੁਸੀਂ ਬਾਬਾ ਮੋਹਰੀ ਜੀ ਦਾ ਦਿਨ ਮਨਾਉਂਦੇ ਹੋ? ਕਹਿੰਦੇ ਇੱਕੋ ਇੱਕ ਤਾਂ ਗੁਰੂ ਪੁੱਤਰ ਨੇ ਜਿਨ੍ਹਾਂ ਨੂੰ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸਨਮੁਖ ਹੋਣ ਦੀ ਉਪਾਧੀ ਦਿੱਤੀ ਹੈ, ਜਿਨ੍ਹਾਂ ਨੂੰ ਸਨਮੁਖ ਲਿਖਿਆ। ਉਹ ਮਹਾਂਪੁਰਸ਼ ਨੂੰ ਸਾਨੂੰ ਯਾਦ ਕਰਨਾ ਚਾਹੀਦਾ ਹੈ। ਭਾਵਨਾ ਦੀ ਬਾਤ ਹੈ। ਤੋ ਬਾਬਾ ਮੋਹਰੀ ਜੀ ਜਿਨ੍ਹਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨਾਂ ਨੂੰ ਸਤਕਾਰ ਸਹਿਤ ਮੰਨਿਆ। ਦੋਹਰਾ ਜਗ ਸਾਗਰ ਕੋ ਤਾਰਬੇ, ਸਗਰੀ ਸੰਗਤ ਪਾਰੇ। ਜਗਤ ਦੇ ਸਾਗਰ ਤੋਂ ਤਾਰਨੇ ਵਾਸਤੇ ਸਾਰੀ ਸੰਗਤ ਨੂੰ ਪਾਰ ਉਤਾਰਨੇ ਲਈ ਭਇਓ ਮੋਹਰੀ ਮੋਹਰੀ ਠਾਨ ਮਹਾ ਉਪਕਾਰੇ। ਬਾਬਾ ਮੋਹਰੀ ਜੀ ਮੋਹਰੀ ਹੋ ਗਏ। ਇਹ ਵੱਡਾ ਉਪਕਾਰ ਬਾਬਾ ਮੋਹਰੀ ਜੀ ਦਾ ਕਿ ਸਾਰੀ ਸੰਗਤ ਪਾਰ ਉਤਰੇ। ਸਾਰੀ ਸੰਗਤ ਦੇ ਮੋਹਰੀ ਬਣ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕਰ ਦਿੱਤੀ। ਚੋਪਈ द्वै बिंसत सम्मत वै एक रस। द्वै बिंसत यानी कि 22 साल एक रस। पंच मास अर दिवस एकादश। 22 साल 5 महीने ते 11 दिन। हाँ जी। गुरता गादी कीन आबादी। गुरु अमरदास साहब जी ने गुरियाई की है। 22 साल 5 महीने 11 दिन गुरु अमरदास साहब जी गुरगद्दी ते रहे। गन उरदई ज्ञान की शादी। अनेकां जीवां दे हृदयां च ज्ञान दी खुशी महाराज जी ने बख्शी। 16/7/31 फेर। 1631 संमत बिक्रमी विच भादों सुदी पूर्णिमा हेर। भादरों सुदी पूर्णमाशी वाले दिन आ यही महीना जिहड़ा अज आरंभ होया। पूर्णमाशी का खालसा जी जोड़ मेला गोइंदवाल साहब विखे हर महीने हुंदा है।
ਪਰ ਭਾਦਰੋਂ ਸੁਦੀ ਪੂਰਨਮਾਸ਼ੀ ਦਾ ਜਿਹੜਾ ਦਿਨ ਹੈ ਉਹ ਸਮੁੱਚੇ ਪੰਥ ਵੱਲੋਂ ਬੜੇ ਵੱਡੇ ਪੱਧਰ ਦੇ ਉੱਤੇ ਗੋਇੰਦਵਾਲ ਸਾਹਿਬ ਵਿਖੇ ਮਨਾਇਆ ਜਾਂਦਾ ਹੈ, ਜਿਸ ਦਿਨ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਜੋਤੀ ਜੋਤ ਸਮਾਏ ਸਨ। ਬੜੇ ਵੱਡੇ ਗੁਰਮਤਿ ਸਮਾਗਮ ਬਕਾਇਦਾ ਭਾਦਰੋਂ ਸੁਦੀ ਪੂਰਨਮਾਸ਼ੀ ਦੀ ਜਿਹੜੀ ਦਿਨ ਹੈ ਉਸ ਦਿਨ ਸਮੁੱਚਾ ਪੰਥ ਉੱਥੇ ਇਕੱਤਰ ਹੁੰਦਾ, ਨਿਹੰਗ ਸਿੰਘ ਜਥੇਬੰਦੀਆਂ ਇਕੱਤਰ ਹੁੰਦੀਆਂ ਹਨ, ਗੋਇੰਦਵਾਲ ਸਾਹਿਬ ਵਿਖੇ ਜੋੜ ਮੇਲੇ ਮਨਾਏ ਜਾਂਦੇ ਆ। ਤੋ ਦੱਸ ਰਹੇ ਨੇ ਭਾਈ ਰਾਮ ਕੋਇਰ ਸਾਹਿਬ, ਭਾਦੋਂ ਸੁਦੀ ਪੂਰਨਮਾ ਹੇਰ, ਭਾਦਰੋਂ ਦੀ ਸੁਦੀ ਪੂਰਨਮਾ ਵਾਲੇ ਦਿਨ ਤਨ ਕੋ ਤਜ ਬੈਕੁੰਠ ਸਿਧਾਰੇ, ਆਪਣਾ ਸਰੀਰ ਤਜ ਕੇ ਗੁਰੂ ਅਮਰਦਾਸ ਸਾਹਿਬ ਜੀ ਸੱਚਖੰਡ ਗਏ। ਹਮ ਸੇ ਜਿਨ ਬੋ ਪਤ ਤੇ ਉਦਾਰੇ, ਕਵੀ ਜੀ ਕਹਿੰਦੇ ਸਾਡੇ ਵਰਗੇ ਪਤਾ ਨਹੀਂ ਕਿੰਨੇ ਕੁ ਪਾਪੀਆਂ ਨੂੰ ਗੁਰੂ ਅਮਰਦਾਸ ਸਾਹਿਬ ਨੇ ਤਾਰਿਆ, ਗਿਣਤੀ ਕੋਈ ਨਹੀਂ। ਸਾਡੇ ਵਰਗੇ ਕਿਤਨੇ ਹੀ ਪਾਪੀ ਮਹਾਰਾਜ ਜੀ ਨੇ ਤਾਰ ਦਿੱਤੇ। ਹੇ ਗੁਰੂ ਅਮਰਦਾਸ ਸਾਹਿਬ, ਅਨੇਕਾਂ ਪਾਪੀਆਂ ਨੂੰ ਤੁਸਾਂ ਨੇ ਤਾਰਿਆ ਹੈ ਕਿ ਸਾਡੇ ਵਿੱਚ ਉਹ ਪਾਪ ਨਹੀਂ ਜਿਹੜੇ ਉਹਨਾਂ ਵਿੱਚ ਸਨ, ਉਹਨਾਂ ਨੂੰ ਵੇਖ ਕੇ ਤਾਰਿਆ। ਅਸੀਂ ਤਾਂ ਉਹਨਾਂ ਤੋਂ ਵੀ ਵੱਧ ਪਾਪੀ ਹਾਂ। ਹੇ ਗਰੀਬ ਨਵਾਜ, ਸਾਡੇ ਤੇ ਵੀ ਤਰਸ ਕਰੋ, ਸਾਡੇ ਤੇ ਵੀ ਦਇਆ ਕਰੋ। 100 ਖਸ਼ਟ ਬਰਖ ਬੈ ਲਹੀ, 106 ਸਾਲ ਦੀ ਉਮਰ ਆ ਮਹਾਰਾਜ ਜੀ ਦੇ ਸਰੀਰ ਦੀ ਹੋਈ। ਸੰਮਤ ਕਸ਼ਟ ਔਰ ਥੀ ਰਹੀ, 6 ਸਾਲ ਆਯੂ ਹੋਰ ਸੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੀ। ਹਾਂਜੀ, ਗੁਰਤਾ ਸਹਿਤ ਦਈ ਹਰ ਖਾਏ, ਉਹ ਗੁਰਿਆਈ ਦੇ ਸਹਿਤ 6 ਸਾਲ ਆਪਣੀ ਉਮਰ ਗੁਰੂ ਰਾਮਦਾਸ ਸਾਹਿਬ ਜੀ ਨੂੰ ਦੇ ਦਿੱਤੀ ਸੀ ਮਹਾਰਾਜ ਜੀ। ਸਤਿ ਸ੍ਰੀ ਅਕਾਲ। ਗੁਰਤਾ ਦੇ ਸਹਿਤ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਉਹ 6 ਸਾਲ ਦੀ ਆਯੂ ਗੁਰੂ ਅਮਰਦਾਸ ਸਾਹਿਬ ਜੀ ਨੇ ਦਿੱਤੀ। ਸ਼੍ਰੀ ਗੁਰੂ ਰਾਮਦਾਸ ਬੈਠਾਏ, ਔਰ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਗੱਦੀ ਦੇ ਤਖਤ ਤੇ ਬਿਠਾਇਆ। ਲਵਪੁਰ ਮੈਂ ਛਤਰੀ ਹਰਦਾਸ, ਗੁਰੂ ਰਾਮਦਾਸ ਸਾਹਿਬ ਜੀ ਬਾਰੇ ਦੱਸਦੇ ਆ ਬਿਉਰਾ। ਲਾਹੌਰ ਸ਼ਹਿਰ ਵਿੱਚ ਛਤਰੀ ਵਰਨ ਦੇ ਬਾਬਾ ਹਰਦਾਸ ਜੀ ਮਹਾਂਪੁਰਸ਼ ਰਹਿੰਦੇ ਹਨ। ਮਹਾ ਸੁਸ਼ੀਲ ਸੋ ਕ੍ਰਿਤਨ ਰਾਸ, ਮਹਾ ਸੁਸ਼ੀਲ ਸੁਭਾਅ ਦੇ ਮਾਲਕ ਬਾਬਾ ਹਰਦਾਸ ਜੀ, ਜਿਹੜੇ ਹਰ ਵੇਲੇ ਚੰਗੀ ਕਿਰਤ ਕਰਦੇ, ਭਲੇ ਕਰਮਾਂ ਦੇ ਵਿੱਚ ਹੀ ਪ੍ਰਵਿਰਤ ਰਹਿੰਦੇ। ਖੇਮ ਕੋਇਰ ਜਿਸ ਕੇ ਘਰਦਾਰਾ, ਉਹਨਾਂ ਦੇ ਧਰਮ ਸੁਪਤਨੀ ਸਨ ਸਤਕਾਰਯੋਗ ਮਾਤਾ ਖੇਮ ਕੋਇਰ ਜੀ। ਹਿਤ ਕਰ ਨਿਤ ਪਤ ਬ੍ਰਤ ਪ੍ਰਤਿਪਾਰਾ, ਹਿਤ ਕਰਕੇ ਆਪਣੇ ਪਤ ਵਰਤ ਧਰਮ ਦੀ ਪਾਲਣਾ ਕਰਦੇ ਸਤਕਾਰਯੋਗ ਮਾਤਾ ਖੇਮ ਕੋਇਰ ਜੀ। ਦਿਨ ਤੇ ਉਤਪਤ ਭਏ ਸੁਨੰਦ, ਮਾਤਾ ਖੇਮ ਕੋਇਰ ਜੀ ਦੇ ਉਦਰ ਤੋਂ ਬਾਬਾ ਹਰਦਾਸ ਜੀ ਦੇ ਗ੍ਰਹਿ ਵਿਖੇ ਲਾਹੌਰ ਦੀ ਧਰਤੀ ਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਪ੍ਰਕਾਸ਼ ਧਾਰਨ ਕੀਤਾ। ਮਹਾਰਾਜ ਗੁਰੂ ਰਾਮਦਾਸ ਸੋਢੀਆਂ ਦੀ ਕੁੱਲ ਦੇ ਸਿਰਮੌਰ, ਸੋਢੀ ਕੁੱਲ ਭੂਸ਼ਣ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਅਵਤਰਤ ਹੋਏ, ਜਿੱਥੋਂ ਫਿਰ ਪੀੜ੍ਹੀ ਚੱਲੀ ਹੈ ਸੋਢੀਆਂ ਦੀ। ਸ਼੍ਰੀ ਗੁਰੂ ਰਾਮਦਾਸ ਕੁਲ ਚੰਦ, ਕਹਿੰਦੇ ਸੋਢੀਆਂ ਦੀ ਕੁੱਲ ਦੇ ਚੰਦਰਮਾ ਨੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਭਾਏ ਜੋ ਕੁਲ ਭਲਿਆਨ ਕੇ ਭੂਖਨ, ਜੀ ਭੱਲਿਆਂ ਦੀ ਕੁੱਲ ਦੇ ਭੂਸ਼ਣ ਜੋ ਗੁਰੂ ਅਮਰਦਾਸ ਸਾਹਿਬ ਜੀ ਹਨ। ਪਾਨੀ ਤਿਨ ਕੀ ਸੁਤਾ ਅਦੁਖਨ, ਉਹਨਾਂ ਦੀ ਸੁਪੁੱਤਰੀ ਹੈ ਬੀਬੀ ਭਾਨੀ, ਜਿਹਦੇ ਚ ਕੋਈ ਦੋਸ਼ ਨਹੀਂ। ਸੋਢੀ ਬੰਸ ਚੰਦ ਕੋ ਬਿਆਈ, ਸੋਢੀ ਬੰਸ ਦੇ ਚੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਮਾਤਾ ਭਾਨੀ ਜੀ ਵਿਆਹੇ ਹੋਏ ਨੇ। ਗੁਰੂ ਅਮਰਦਾਸ ਸਾਹਿਬ ਜੀ ਦੇ ਦੁਨਿਆਵੀ ਰਿਸ਼ਤੇ ਦੇ ਵਿੱਚ ਸਬੰਧ ਸਨ ਗੁਰੂ ਰਾਮਦਾਸ ਸਾਹਿਬ ਜੀ ਦੇ। ਜਦੋਂ ਭਾਨੀ ਜੀ ਜਵਾਨ ਹੋਏ ਤੇ ਮਾਤਾ ਜੀ ਨੇ ਬੇਨਤੀ ਕੀਤੀ ਗੁਰੂ ਅਮਰਦਾਸ ਸਾਹਿਬ ਨੂੰ ਵੀ ਕੋਈ ਵਰ ਲੱਭੀਏ। ਮਹਾਰਾਜ ਜੀ ਕਹਿੰਦੇ ਕਿਹੋ ਜਿਹਾ ਹੋਵੇ ਵਰ, ਤੇ ਗੁਰੂ ਰਾਮਦਾਸ ਸਾਹਿਬ ਜੀ ਉੱਥੇ ਵਿਚਰਦੇ ਵੇਖਿਆ, ਘੁੰਗਣੀਆਂ ਵੇਚਦੇ ਸਨ ਤੇ ਵਿਚਰ ਰਹੇ ਨੇ, ਕਿਉਂਕਿ ਮਾਤਾ ਪਿਤਾ ਮਹਾਰਾਜ ਗੁਰੂ ਰਾਮਦਾਸ ਸਾਹਿਬ ਦੇ ਬਚਪਨ 'ਚ ਹੀ ਸੱਚਖੰਡ ਚਲੇ ਗਏ। ਬਾਸਰ ਕੇ ਪਿੰਡ 'ਚ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੀ ਨਾਨੀ ਰਹਿੰਦੀ ਸੀ, ਉੱਥੇ ਉਹਨਾਂ ਦੀ ਪਰਵਰਿਸ਼ ਹੋਈ। ਤੇ ਵੇਖ ਕੇ ਗੁਰੂ ਅਮਰਦਾਸ ਸਾਹਿਬ ਨੇ ਆਖਿਆ ਵੀ ਕਿਹੋ ਜਿਹਾ ਹੋਵੇ ਬਾਲਕ ਵਰ। ਮਾਤਾ ਜੀ ਕਹਿਣ ਲੱਗੇ ਜੀ ਆ ਜਿਹੜਾ ਸਾਹਮਣੇ ਬਾਲਕ ਆਉਂਦਾ ਇਹੋ ਜਿਹਾ ਹੋਵੇ। ਤੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਆ
ਭਾਗਵਾਨ ਨੇ ਫਿਰ ਇਹੋ ਜਿਹਾ ਤਾਂ ਇਹੀ ਹੈ, ਇਹਦੇ ਵਰਗਾ ਕੋਈ ਨਹੀਂ ਹੈ। ਸਤਿ ਸ੍ਰੀ ਅਕਾਲ। ਸਤਿਕਾਰਯੋਗ ਮਾਤਾ ਭਾਨੀ ਜੀ ਦੀ ਸ਼ਾਦੀ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੋਢੀ ਸੁਲਤਾਨ ਸਤਿਗੁਰਾਂ ਨਾਲ ਹੋਈ। ਰਹੀ ਜੁਬੋ ਪਿਤ ਕੇ ਟਿਗ ਚਾਹੀ। ਮਾਤਾ ਭਾਨੀ ਜੀ ਲੰਮਾ ਸਮਾਂ ਆਪਣੇ ਪਿਤਾ ਜੀ ਦੀ ਸੇਵਾ ਵਿੱਚ ਹੀ ਆਪਣੇ ਪਤੀ ਦੇਵ ਦੇ ਸਮੇਤ ਗੋਇੰਦਵਾਲ ਸਾਹਿਬ ਹੀ ਰਹੇ। ਗੋਇੰਦਵਾਲ ਪੁਰੀ ਬਖਿਆਤੀ। ਜੋ ਸਾਰੇ ਜਗਤ ਵਿੱਚ ਪ੍ਰਗਟ ਗੋਇੰਦਵਾਲ ਗੋਬਿੰਦਪੁਰੀ ਸਮ ਜਲਿਆਣ ਤੀਰ ਵਿਪਾਸ ਬਨਾਇਓ। ਇਹ ਗੋਬਿੰਦ ਦੀ ਪੁਰੀ ਹੈ ਗੋਇੰਦਵਾਲ ਸਾਹਿਬ, ਬਿਆਸ ਦਰਿਆ ਦੇ ਕੰਢੇ ਤੇ ਜੋ ਸਾਰੇ ਜਗਤ ਵਿੱਚ ਪ੍ਰਗਟ ਹੈ। ਤਹਾਂ ਬਸਤ ਬੀਤੇ ਦਿਨ ਰਾਤੀ। ਉੱਥੇ ਗੁਰੂ ਰਾਮਦਾਸ ਸਾਹਿਬ ਜੀ ਔਰ ਮਾਤਾ ਭਾਨੀ ਜੀ ਵਸਦੇ ਨੇ, ਰਹਿੰਦੇ ਹਨ। ਤੀਨ ਪੁੱਤਰ ਉਪਜੇ ਤਿਨ ਕੇਰੇ। ਇੱਥੇ ਤਿੰਨ ਸਾਹਿਬਜ਼ਾਦਿਆਂ ਨੇ, ਤਿੰਨ ਪੁੱਤਰਾਂ ਨੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਜਨਮ ਲਿਆ। ਸ੍ਰੀ ਅਰਜਨ ਪ੍ਰਿਥੀਆ ਸੋ ਬਡੇਰੇ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪ੍ਰਕਾਸ਼ ਮਾਤਾ ਭਾਨੀ ਜੀ ਦੇ ਉਦਰ ਤੋਂ ਗੁਰੂ ਰਾਮਦਾਸ ਸਾਹਿਬ ਜੀ ਦੇ ਗ੍ਰਹਿ ਵਿਖੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੋਇਆ। ਮਹਾਰਾਜ ਜੀ ਦੇ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਜੀ ਦਾ ਵੀ ਜਨਮ ਹੋਇਆ। ਤ੍ਰਿਤੀਏ ਮਹਾਦੇਵ ਜੈ ਨਾਮ। ਔਰ ਤੀਜੇ ਬਾਬਾ ਮਹਾਦੇਵ ਜੀ। ਵੈਸੇ ਇਦਾਂ ਸੀ, ਸਭ ਤੋਂ ਵੱਡੇ ਬਾਬਾ ਪ੍ਰਿਥੀ ਚੰਦ ਜੀ ਸਨ। ਦੂਸਰੇ ਨੰਬਰ ਦੇ ਉੱਤੇ ਬਾਬਾ ਮਹਾਦੇਵ ਜੀ ਦਾ ਜਨਮ ਹੋਇਆ ਤੇ ਸਭ ਤੋਂ ਛੋਟੇ ਸਾਹਿਬਜ਼ਾਦੇ ਗੁਰੂ ਰਾਮਦਾਸ ਸਾਹਿਬ ਜੀ ਦੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜਗਤਨਾਥ ਹਨ। ਮਹਾ ਗੰਭੀਰ ਧੀਰ ਅਬਿਰਾਮ। ਬਾਬਾ ਮਹਾਦੇਵ ਜੀ ਵੀ ਬੜੀ ਉੱਚੀ ਅਵਸਥਾ ਦੀ ਖੇਡ ਦੇ ਮਾਲਕ। ਜਿਵੇਂ ਬਾਬਾ ਮੋਹਨ ਜੀ ਸੀ ਨਾ, ਬਾਬਾ ਸ਼੍ਰੀ ਚੰਦ ਜੀ ਮਹਾਰਾਜ, ਇਦਾਂ ਹੀ ਬਾਬਾ ਮਹਾਦੇਵ ਜੀ ਦੀ ਅਵਸਥਾ ਸੀ। ਪ੍ਰਿਥੀਏ ਦਾ ਸੁਭਾਅ ਕਰੂਰ ਸੀ, ਮੀਣਾ ਸੀ, ਪਰ ਬਾਬਾ ਮਹਾਦੇਵ ਜੀ ਬੜੀ ਉੱਚੀ ਅਵਸਥਾ ਦੀ ਖੇਡ ਦੇ ਮਾਲਕ ਹੋਏ। ਉਹ ਵੀ ਹਮੇਸ਼ਾ ਉਸੇ ਉਨਮਨੀ ਅਵਸਥਾ 'ਚ ਹੀ ਰਹਿੰਦੇ ਸਨ। ਸ਼੍ਰੀ ਗੁਰੂ ਰਾਮਦਾਸ ਜਗ ਪਾਇਓ। ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੋ ਸਾਰੇ ਜਗਤ ਨੂੰ ਭਾਏ ਹਨ। ਗੁਣ ਅਨੇਕ ਜੁਤ ਤਖਤ ਸੁਹਾਇਓ। ਅਨੇਕਾਂ ਗੁਣਾਂ ਦੇ ਸਹਿਤ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗੁਰਗੱਦੀ ਦੇ ਤਖਤ ਤੇ ਸ਼ੋਭਨੀਕ ਹੋਏ। ਤੇ ਵੇਖ ਕੇ ਭਾਈ ਸੱਤੇ ਤੇ ਬਲਵੰਡ ਨੇ ਆਖਿਆ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਰਜਣਹਾਰੈ ਧਾਰਿਆ। ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਅਥਾਹੋ ਅਤੋਲ ਤੂੰ ਤੇਰਾ ਅੰਤ ਨ ਪਾਰਾਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰੇ ਉਤਾਰਿਆ। ਐਸੇ ਗੁਰੂ ਰਾਮਦਾਸ ਸਾਹਿਬ। ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰੋ। ਐਸੇ ਗੁਰੂ ਰਾਮਦਾਸ ਸਾਹਿਬ ਸੋਢੀ ਸੁਲਤਾਨ ਪਾਤਸ਼ਾਹ ਗੁਰਗੱਦੀ ਦੇ ਤਖਤ ਤੇ ਸੁਭਾਏਮਾਨ ਹੋਏ। ਸੰਮਤ ਕਸ਼ਟ ਇਕਾਦਸ਼ ਮਾਸ। 6 ਸਾਲ 11 ਮਹੀਨੇ ਦਿਵਸ ਅਸ਼ਟ 10 ਸ਼੍ਰੀ ਸੁਖ ਰਾਸ। 6 ਸਾਲ 11 ਮਹੀਨੇ ਤੇ ਅਸ਼ਟ 10 ਦਾ ਮਤਲਬ ਹੁੰਦਾ 18। 18 ਦਿਨ 6 ਸਾਲ 11 ਮਹੀਨੇ ਤੇ 18 ਦਿਨ ਗੁਰਤਾ ਗਾਦੀ ਪਰ ਥਿਤ ਰਹੇ। ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰਿਆਈ ਕੀਤੀ। ਇੰਨਾ ਸਮਾਂ ਗੁਰਗੱਦੀ ਦੇ ਰੱਥ ਤੇ ਸਵਾਰ ਰਹੇ। ਇਨ ਤੇ ਅਨਿਕ ਦਾਸ ਗਤ ਲਹੇ। ਅਨੇਕਾਂ ਦਾਸਾਂ ਨੇ ਗੁਰੂ ਰਾਮਦਾਸ ਸਾਹਿਬ ਜੀ ਤੋਂ ਮੁਕਤੀ ਪ੍ਰਾਪਤ ਕੀਤੀ। ਐਸਾ ਸਰੋਵਰ ਮਹਾਰਾਜ ਜੀ ਨੇ ਬਣਾਇਆ, ਅੰਮ੍ਰਿਤਸਰ ਸਰੋਵਰ, ਕਿ ਜੇ ਤੋਂ ਪੰਛੀ ਵੀ ਉਡਾਰੀ ਮਾਰ ਕੇ ਲੰਘ ਜਾਏ ਤੇ ਉਹ ਵੀ ਮੁਕਤ ਹੋ ਜਾਂਦਾ ਹੈ। ਐਸੇ ਪਾਵਨ ਸਰੋਵਰ ਦੇ ਸਿਰਜਣਹਾਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ। 16/7/8 ਥੀਸਾ ਸਾਲ। 1638 ਸੰਮਤ ਬਿਕਰਮੀ ਦਾ ਸਾਲ ਹੈ। ਆਦੋਂ ਸੁਦੀ ਤੀਜ ਗੁਰ ਦਿਆਲ। ਇਸੇ ਮਹੀਨੇ ਚ ਜਿਹੜਾ ਅੱਜ ਭਾਦਰੋਂ ਦਾ ਮਹੀਨਾ ਚੜਿਆ, ਭਾਦਰੋਂ ਸੁਦੀ ਤੀਜ ਵਾਲੇ ਦਿਨ
ਸਰੀਰ ਬੈਕੁੰਠ ਪਧਾਰੇ। ਗੁਰੂ ਰਾਮਦਾਸ ਸਾਹਿਬ ਨੇ ਵੀ ਆਪਣਾ ਸਰੀਰ ਉੱਥੇ ਤਿਆਗਿਆ ਜਿੱਥੇ ਉਹਨਾਂ ਦੇ ਪਿਆਰੇ ਗੁਰਦੇਵ ਗੁਰੂ ਅਮਰਦਾਸ ਸਾਹਿਬ ਦੀ ਨਗਰੀ ਹੈ। ਗੋਇੰਦਵਾਲ ਸਾਹਿਬ ਆ ਕੇ ਮਹਾਰਾਜ ਜੀ ਨੇ ਸਰੀਰ ਤਿਆਗਿਆ। ਸ਼੍ਰੀ ਅਰਜਨ ਜੀ ਤਖਤ ਬਿਠਾਰੇ। ਮਾਤਾ ਭਾਨੀ ਜੀ ਵੀ ਇੱਥੇ ਹੀ ਆ ਕੇ ਸੱਚਖੰਡ ਗਏ, ਗੋਇੰਦਵਾਲ ਸਾਹਿਬ ਹੀ। ਔਰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਤੋਂ ਬਾਅਦ ਤਖਤ ਉੱਤੇ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਸ਼ੋਭਨੀਕ ਹੋਏ। ਪੁਨ ਸੋਡੀ ਅਨਕੁਲ ਮੈਂ ਗੁਰ ਆਈ। ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ। ਉਗ ਬਣੋ ਤੈ ਹਾਥ ਬਣੋ ਚਹੁ ਚੱਕੀ ਕੀ ਅਨ ਲੋਆ। ਜਿਨੀ ਗੁਰੂ ਨਾ ਸੇਵਿਓ ਮਨ ਮੁਖਾਂ ਪਿਆ ਮੋਆ। ਧੋਣੀ ਚੌਣੀ ਕਰਾਮਾਤ ਸੱਚੇ ਕਾ ਸੱਚਾ ਢੋਆ। ਐਸੇ ਜਗਤ ਗੁਰੂ ਗੁਰੂ ਅਚਾਰੇ ਜਾਗੇ ਚਹੁ ਜੁਗੇ ਪੰਚਾਇਣ ਆਪੇ ਹੋਆ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਰਗੱਦੀ ਦੇ ਤਖਤ ਤੇ ਸ਼ੋਭਨੀਕ ਹੋਏ। ਇੱਥੋਂ ਫਿਰ ਸੋਢੀਆਂ ਦੀ ਕੋਲੀ ਚੱਲੀ ਅੱਗੇ ਗੁਰੂ ਰਾਮਦਾਸ ਸਾਹਿਬ ਤੋਂ ਬਾਅਦ ਗੁਰੂ ਅਰਜਨ ਦੇਵ ਸਾਹਿਬ ਤੇ ਦਸਮ ਪਾਤਸ਼ਾਹ ਤੱਕ। ਹੋਤ ਪਾਈ ਗੁਰ ਦਸਵੇਂ ਤਾਈ। ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਫਿਰ ਸੋਢੀਆਂ ਦੀ ਕੁੱਲ ਚੱਲੀ। ਤਦੇ ਭਾਈ ਗੁਰਦਾਸ ਜੀ ਨੇ ਲਿਖਿਆ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਹਾਂਜੀ, ਪੰਚਮ ਪਾਤਸ਼ਾਹ ਜਬ ਪਏ। ਪੰਜਵੇਂ ਪਾਤਸ਼ਾਹ ਜਦੋਂ ਗੁਰਗੱਦੀ ਦੇ ਤਖਤ ਤੇ ਸੋਭਨੀਕ ਹੋਏ। ਕਾਲ ਸੁਦਾ ਸਰ ਤਬ ਨਿਰਮਏ। ਖਾਲਸਾ ਜੀ ਅੰਮ੍ਰਿਤਸਰ ਸਰੋਵਰ ਦੇ ਪੱਕਿਆਂ ਹੋਣ ਦੀ ਸੇਵਾ, ਸੰਤੋਖ ਸਰ ਤੇ ਰਾਮ ਸਰ, ਇਹ ਜਿਹੜੇ ਸਰੋਵਰ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੱਕੇ ਕਰਾਏ, ਸੇਵਾ ਕਰਵਾਈ। ਪੀੜ ਗ੍ਰੰਥ ਸਾਹਿਬ ਕੀ ਹੋਈ। ਗੁਰੂ ਅਰਜਨ ਦੇਵ ਸਾਹਿਬ ਨੇ ਮਹਾਨ ਪਰਉਪਕਾਰ ਕੀਤਾ ਸਾਡੇ ਸਾਰਿਆਂ ਤੇ ਨਹੀਂ, ਇਕੱਲੇ ਸਿੱਖਾਂ ਤੇ ਨਹੀਂ, ਪੂਰੇ ਸੰਸਾਰ ਭਰ ਤੇ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਦਾ ਸੰਪਾਦਨ ਕੀਤਾ ਪੰਜਵੇਂ ਪਾਤਸ਼ਾਹ ਨੇ। ਆ ਭਾਦਰੋਂ ਦਾ ਮਹੀਨਾ, ਇਸੇ ਮਹੀਨੇ ਭਾਦਰੋਂ ਸੁਦੀ ਏਕਮ ਵਾਲੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਇਹ ਵੱਡਾ ਪਰਉਪਕਾਰ ਮਹਾਰਾਜ ਪੰਜਵੇਂ ਪਾਤਸ਼ਾਹ ਦਾ। ਜਿਸ ਪਟ ਕੈ ਗਤ ਲੈ ਸਭ ਕੋਈ। ਐਸੇ ਪਵਿੱਤਰ ਪਾਵਨ ਗ੍ਰੰਥ ਦੀ ਰਚਨਾ ਕੀਤੀ ਜਿਸ ਦੀ ਬਾਣੀ ਨੂੰ ਕੋਈ ਪੜ੍ਹੇ, ਕੋਈ ਗਾਵੇ, ਕੋਈ ਸੁਣੇ, ਉਹਦੀ ਮੁਕਤੀ ਹੁੰਦੀ ਹੈ। ਸਤਿ ਸ੍ਰੀ ਅਕਾਲ। ਉਹਦੀ ਕਲਿਆਣ ਹੁੰਦੀ, ਉਹਨੂੰ ਕਲਿਆਣ ਦੀ ਪ੍ਰਾਪਤੀ ਹੁੰਦੀ ਹੈ। ਗੰਗਾ ਨਾਮ ਪਾਰ ਜਾ ਬਿਆਹੀ। ਕੌ ਸਾਹਿਬ ਨਗਰ ਹੈ ਖਾਲਸਾ ਜੀ, ਇੱਧਰ ਫਗਵਾੜੇ ਦੇ ਨੇੜੇ। ਇਸ ਨਗਰ ਦੇ ਰਹਿਣ ਵਾਲੇ ਸਨ ਸਤਿਕਾਰਯੋਗ ਮਾਤਾ ਗੰਗਾ ਜੀ ਦਾ ਪੇਕਾ ਪਿੰਡ। ਮਾਤਾ ਗੰਗਾ ਜੀ ਨਾਲ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਾਦੀ ਹੋਈ। ਸਾਧਵੀ ਕੇ ਗੁਣ ਸਭ ਜਿਸ ਮਾਈ। ਜੋ ਇੱਕ ਸਾਧਵੀ ਪਤਵਰਤਾ ਇਸਤਰੀ ਦੇ ਗੁਣ ਹੁੰਦੇ ਐ, ਸਾਰੇ ਗੁਣ ਸਤਿਕਾਰਯੋਗ ਮਾਤਾ ਗੰਗਾ ਜੀ ਵਿੱਚ ਸਨ। ਨੰਦਨ ਉਪਜਿਓ ਇੱਕ ਕੁਲ ਚੰਦ। ਇੱਕ ਸੁਪੁੱਤਰ ਮਾਤਾ ਗੰਗਾ ਜੀ ਦੇ ਉਦਰ ਤੋਂ ਉਤਪਨ ਹੋਏ ਗੁਰੂ ਅਰਜਨ ਦੇਵ ਸਾਹਿਬ ਦੇ ਗ੍ਰਹਿ ਵਿਖੇ। ਵੱਡ ਤਨੋ ਧਰ ਸ਼੍ਰੀ ਹਰ ਗੋਬਿੰਦ। ਵੱਡ ਧਨੁਰ ਧਾਰੀ ਦਲ ਭੰਜਨ ਗੁਰ ਸੂਰਮਾ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਨ। ਧੀਰ ਧਰਮ ਤਵਜ ਸ਼੍ਰੀ ਗੁਰ ਅਰਜਨ। ਧਰਮ ਤੇ ਧੀਰਜ ਦੇ ਤਵਜ ਨਿਸ਼ਾਨ, ਧਰਮ ਦੇ ਵੀ ਔਰ ਧੀਰਜ ਦੇ ਵੀ। ਧੀਰਜ ਕਿੰਨਾ ਵੀ ਤਤੀ ਤਵੀ ਤੇ ਅਡੋਲ ਬੈਠੇ ਐ। ਧੀਰਜ ਤੇ ਧਰਮ ਦੇ ਤਵਜ ਕਹਿੰਦੇ ਨੇ ਨਿਸ਼ਾਨ ਨੂੰ। ਨਿਸ਼ਾਨ ਹਨ ਗੁਰੂ ਅਰਜਨ ਦੇਵ ਸਾਹਿਬ। ਬਿਸਤੀਰੀਅਤ ਜਿਤ ਕਿਤ ਜਸ ਅਰਜੁਨ। ਗੁਰੂ ਅਰਜਨ ਦੇਵ ਸਾਹਿਬ ਦਾ ਜਸ ਉਜਵਲ ਹੋ ਕੇ ਚਾਰੇ ਪਾਸੇ ਵਿਸਤ੍ਰਿਤ ਹੋ ਰਿਹਾ ਹੈ। ਜਗ ਕਰਤੱਬਿਆ ਕਰੇ ਸ਼ੁਭ ਪਾਰੇ। ਜਿਨ੍ਹਾਂ ਨੇ ਇਸ ਜਗਤ ਦੇ ਵਿੱਚ ਅਨੇਕਾਂ ਹੀ ਕਰਤੱਵ ਕੀਤੇ ਹਨ। ਭਗਤ ਬਿਥਾਰ ਅਨਿਕ ਜਨ ਤਾਰੇ। ਭਗਤੀ ਦਾ ਵਿਸਥਾਰ ਕਰਕੇ ਅਨੇਕਾਂ ਜਨਾਂ ਨੂੰ ਤਾਰਿਆ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨੇ। ਬਿੰਸਤ ਚਤੁਰ ਬਰਖ ਨਵ ਮਾਸ। ਬਿੰਸਤ ਚਤੁਰ ਮਤਲਬ 24 ਸਾਲ ਤੇ 9 ਮਹੀਨੇ। ਇੱਕ ਦਿਨ ਉਪਰ ਸ਼੍ਰੀ ਸੁਖ ਰਾਸ। 24 ਸਾਲ 9 ਮਹੀਨੇ ਤੇ ਇੱਕ ਦਿਨ ਉੱਪਰ ਬੀਤਿਆ ਸੀ। ਗੁਰ ਤਾਲੈ ਸਰੀਰ ਕੋ ਤਾਰਾ। ਗਰੀਬ ਨਵਾਜ
ਮਹਾਰਾਜ ਪਾਤਸ਼ਾਹ ਨੇ ਗੁਰਿਆਈ ਕੀਤੀ। ਇੰਨਾ ਸਮਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪੁਨੇ ਚਿਉ ਸਚਖੰਡ ਸਿਧਾਰਾ। ਫਿਰ ਪਾਤਸ਼ਾਹ ਨੇ ਸੱਚਖੰਡ ਜਾਣ ਦੇ ਤਿਆਰੇ ਕੀਤੇ, ਸ਼ਹੀਦੀ ਪ੍ਰਾਪਤ ਕੀਤੀ। ਦੋਹਰਾ ਖੋੜਸ 763 ਅਧਿਕ ਜੇਸ਼ਠ ਮਾਸ ਮਹਾਨ। 1663 ਸੰਮਤ ਬਿਕਰਮੀ ਜੇਠ ਦੇ ਮਹੀਨੇ ਦਾ ਸਮਾਂ ਸੀ। ਸੁਦੀ ਚੋਤ ਦਿਨ ਮਹਿ ਗੁਰੂ ਕੀਨ ਬੈਕੁੰਠ ਪਿਆਨ। 66 ਸੁਦੀ ਚੌਥ ਵਾਲੇ ਦਿਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਜੋਤੀ ਜੋਤ ਸਮਾਏ ਲਾਹੌਰ ਦੀ ਧਰਤੀ ਤੇ ਰਾਵੀ ਦੇ ਕੰਢੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਤੋਂ ਪਰੰਤ ਮਹਾਰਾਜ 6ਵੇਂ ਪਾਤਸ਼ਾਹ, ਅੱਗੇ ਗੁਰ ਪ੍ਰਣਾਲੀ ਚੱਲ ਰਹੀ ਹੈ, ਉਹ ਅੱਗੇ ਅੱਗੇ ਆਪ ਜੀ ਨਾਲ ਨਾਲ ਕਥਾ ਵਿੱਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਇਤਿਹਾਸ, ਗੁਰੂ ਘਰ ਦੀ ਕਥਾ, ਗੁਰੂ ਘਰ ਦੀ ਵਡਿਆਈ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਜਪਿਓ ਜਨ ਅਰਜਨ ਦੇਵ ਗੁਰੂ, ਜਪਿਓ ਜਨ ਅਰਜਨ ਦੇਵ ਗੁਰੂ। ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਜਪਿਓ ਜਨ ਅਰਜਨ ਦੇਵ ਗੁਰੂ, ਜਪਿਓ ਜਨ ਅਰਜਨ ਦੇਵ ਗੁਰੂ। ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਗਰਭ ਨਾ ਆਇਓ, ਫਿਰ ਸੰਕਟ ਜੋਨ ਗਰਭ ਨਾ ਆਇਓ। ਸੰਕਟ ਜੋਨ ਗਰਭ ਨਾ ਆਇਓ, ਫਿਰ ਸੰਕਟ ਜੋਨ ਗਰਭ ਨਾ ਆਇਓ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। 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 ਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਨਾਸੀ ਅਗਨਾਸ, ਹੇ ਪੁਰਨ ਹੈ ਸਰਬ ਮੈਂ। ਪੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾਂ ਕੇ ਸਦਾ ਬਵੇਕ। ਹੇ ਅਪਰੰਪਰ ਹਰ ਹਰ, ਹੈ ਪੀਓ ਅਣਹਾਰੇ। ਹੇ ਸੰਤ ਕੈ ਸਦਾ ਸੰਗ, ਧਾਰਾ ਆਧਾਰ। ਹੇ ਠਾਕੁਰ ਹੋ ਦਾਸਰ, ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀਜੈ ਨਾਮਦਾਨ। ਰਾਖੋਈ ਐ ਪਰੋਏ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਆਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ। ਜੋ ਸ਼ਰਦਾ ਕਰ ਸੇਵੰਦੇ, ਪਾਰੇ ਉਤਾਰ ਨਿਆਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ। ਜੋ ਸ਼ਰਦਾ ਕਰ ਸੇਵੰਦੇ, ਪਾਰੇ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਦੰਡੋਤ ਬੰਦਨ ਨਿਕਬਾਰ। ਦੰਡੋਤ ਬੰਦਨ ਨਿਕਬਾਰ। ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ। ਡੋਲਣ ਤੇ ਰੱਖੋ ਪ੍ਰਭੂ। ਨਾਨਕ ਦੇ ਕਰ ਹੱਥ। ਨਾਨਕ ਦੇ ਕਰ ਹੱਥ। हे प्राणनाथ गोविंद कृपा निधान।